ਕਰ ਰਾਏ ਨਮੋ ਕਰ, ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਸ੍ਰੀ ਤੇਗ ਬਹਾਦਰ ਪਰਮ ਕਿਰ ਜੀ ਪਰਮ ਕਿਰ। ਸ਼੍ਰੀ ਗੁਰੂ ਗੋਬਿੰਦ ਸਿੰਘ ਧਰੋ ਧਰਾ ਪਰ ਪੁੰਨ, ਬੰਦਾ ਬਾਰੰਬਾਰ। ਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਬੁਲਾਰ ਇਸ ਵਿਦ ਕੀ ਬਹਿਨਾ, ਨਿਜ ਸਰੂਪ ਜਾਣਿਓ ਸੁਖ ਐਨਾ। ਸੁਨ ਬੁਲਾਰ ਇਸ ਵਿਦ ਕੀ ਬਹਿਨਾ, ਨਿਜ ਸਰੂਪ ਜਾਣਿਓ ਸੁਖ ਐਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਮੁਕੱਦਸ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਸਤ ਸੰਗੀ ਜਨੋ, ਪ੍ਰੇਮ ਸਹਿਤ ਨੇਮ ਸਹਿਤ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਕਥਾ ਸਰਵਣ ਕਰਨ ਹਿਤ ਸ਼ਹਿਨशाह ਜੀ ਕੀ ਗੋਦ ਅੰਦਰ ਹਾਜ਼ਰ ਹੋਏ ਹਾਂ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਮੁਬਾਰਕ ਉਪਦੇਸ਼ ਰਾਏ ਬੁਲਾਰ ਨੂੰ ਦਿੱਤਾ ਹੈ, ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਿੱਤੇ ਉਪਦੇਸ਼ ਦੇ ਨਾਲ ਰਾਏ ਬੁਲਾਰ ਦੇ ਜੀਵਨ ਦਾ ਜੋ ਹਨੇਰਾ ਅਗਿਆਨਤਾ ਤਮ ਦੂਰ ਹੋਇਆ, ਨਿਜ ਸਰੂਪ ਦੀ ਪਹਿਚਾਣ ਹੋਈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਨਿਜ ਸਰੂਪ ਦਾ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਰਾਏ ਬੁਲਾਰ ਜੀਆਂ ਨੂੰ ਉਹਨਾਂ ਨੂੰ ਦਿਖਾਲ ਦਿੱਤਾ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੋ ਜੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬੋਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਮੁਕੱਦਸ ਬਾਣੀ ਉਪਦੇਸ਼ ਚੌ ਵਰਨਾ ਕੋ ਸਾਂਝਾ, ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਜਿੱਥੇ ਇਹ ਉਪਦੇਸ਼ ਰਾਏ ਬੁਲਾਰ ਜੀ ਨੂੰ ਦਿੱਤਾ ਹੈ, ਉੱਥੇ ਅੱਜ ਸਾਨੂੰ ਸਾਰਿਆਂ ਨੂੰ ਹੀ ਉਹ ਪਾਵਨ ਪਵਿੱਤਰ ਮੁਬਾਰਕ ਕੀਮਤੀ ਬੋਲ ਜਿਸ ਪ੍ਰਕਾਰ ਨਾਲ ਮਹਾਰਾਜ ਜੀਆਂ ਨੇ ਰਾਏ ਬੁਲਾਰ ਨੂੰ
ਸੰਗਤੀ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਕੀ ਗੋਦ ਵਿੱਚ ਜੁੜ ਬੈਠੇ ਹਾਂ। ਅੱਜ ਉਹ ਪਾਵਨ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਵਾਸਤੇ ਹੈ। ਸੋ ਆਓ ਸਾਧ ਸੰਗਤ ਜੀਓ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਕੋਈ ਪੇ ਰਸਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਬੁਲਾਰ ਇਸ ਵਿਦ ਕੀ ਬਨਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਉਪਦੇਸ਼ ਬਚਨ ਸੁਣ ਕਰਕੇ ਨਿਜ ਸਰੂਪ ਜਾਣਿਓ ਸੁਖ ਐਨਾ। ਔਰ ਆਪਣੇ ਨਿਜ ਸਰੂਪ ਦਾ ਪਤਾ ਰਾਏ ਬੁਲਾਰ ਜੀਆਂ ਨੂੰ ਲੱਗਾ ਹੈ। ਮੈਂ ਕੌਣ ਹਾਂ, ਕਿਸ ਥਾਂ ਤੋਂ ਆਇਆ ਹਾਂ। ਹਾਂ, ਅਗਿਆਨਤਾ ਦੇ ਕਾਰਨ ਮਨੁੱਖ ਇਸੇ ਸਰੀਰ ਨੂੰ, ਇਸੇ ਜਨਮ ਨੂੰ ਹੀ ਆਪਣਾ ਅਖੀਰਲਾ ਪੜਾਅ ਮੰਨੀ ਬੈਠਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬੋਲ ਕਿ ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋ ਹਮ ਆਏ। ਕੌਣ ਸੀ ਮਾਂ, ਕੌਣ ਸੀ ਪਿਤਾ, ਕਿਹੜੀ ਥਾਂ ਤੋਂ ਤੁਰੇ ਹਾਂ, ਔਰ ਸਮਾਪਤੀ ਭਾਵ ਜਾਣਾ ਕਿਸ ਥਾਂ ਤੇ ਹੈ। जैसे एक आग ते कनूका कोट आग उठा, न्यारे न्यारा होएगा फिर आग में मलाहेंगे। जे अग दे चंगियाड़े वखरे वखरे हो जान, उन्हां दा जाके मेल भाव अग दे अंदर उन्हां ने जाके दोबारा फिर समा जाना है। हाँ, जीव आत्मा परमात्मा तो विछड़ी है। ਸਫਰ ਭਾਵੇਂ ਜਿੰਨਾ ਮਰਜ਼ੀ ਲੰਬੇਰਾ ਹੋ ਜਾਏ, ਜਿਹਨੂੰ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹ ਸਫਰ ਹੀ ਦੱਸਿਆ ਨਾ, ਗੌੜੀ ਰਾਗ ਦਾ ਜਿਹੜਾ ਪਾਵਨ ਸ਼ਬਦ, ਕਿੱਦੂ ਥਾਵੋਂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ ਮੇਰੇ ਸਾਹਿਬਾ। ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਅਵਗੁਣ ਮੇਰੇ। ਰਹਾਓ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਸਾਧ ਸੰਗਤ ਜੀ, ਇਹ ਸਫਰ ਹੈ ਵਿਚਕਾਰ ਵਾਲਾ। केते रुख बिरख हम चीने, केते पशु उपाए। केते नाग कुल्ली में आए, केते पंख उड़ाए। सतगुरु महाराज सच्चे पातशाह जियां ने वो सारे गिने जिन्हां दे विचों हो के जीव आत्मा हुण इथों तक पहुंची है। ताई तां महाराज जियां ने इस मनुखा देही नूं सिकदारी सरदारी शब्द क्या है। इस धरती में तेरी सिकदारी तेरी सरदारी है, दे करके ਤੈਨੂੰ ਪੰਜ ਭੂਤਕ ਕਾਇਆ ਮਿਲੀ। ਇਹਨਾਂ ਭਟਕ ਭਟਕ ਕੇ, ਇਹਨਾਂ ਭਟਕ ਭਟਕ ਕੇ ਮਿਲਿਆ। ਤਾਂ ਹੀ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਹੁਣ ਆ ਕਾਇਆ ਮਿਲੀ, ਤੈਨੂੰ ਨਹੀਂ ਪਤਾ ਤੈਨੂੰ ਕਿਤਨੀ ਭਟਕਣਾ ਦੇ ਬਾਅਦ ਆ ਸਮਾਂ ਮਿਲਿਆ ਹੈ। ਇਸ ਸਮੇਂ ਨੂੰ ਸੱਜਣਾ ਅਜਾਈ ਨਾ ਗਵਾ ਦਵੀਂ। ਵੇਖੀ ਇਸ ਸਮੇਂ ਨੂੰ ਨਸ਼ਿਆਂ ਵਿੱਚ ਨਾ ਲਾ ਦਵੀਂ। ਇਸ ਸਮੇਂ ਨੂੰ ਖਾਲੀ ਨਾ ਜਾਣ ਦਈ। ਕੱਲਾ ਕੱਲਾ ਸਵਾਸ ਕੀਮਤੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰਾਏ ਬੁਲਾਰ ਜੀਆਂ ਨੂੰ ਉਹਨਾਂ ਦੇ ਨਿਜ ਸਰੂਪ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਨਾ ਦਿੱਤਾ। ਭਾਈ ਨਿਜ ਸਰੂਪ ਤੇਰਾ ਕਿਹੜਾ ਹੈ। ਭਇਓ ਨਿਮਗਨ ਅਥਾਹੇ ਆਨੰਦਾ। ਬਹੁਤ ਹੀ ਸਾਧ ਸੰਗਤ ਜੀਓ ਰਾਏ ਬੁਲਾਰ ਜੀ ਆਨੰਦਿਤ ਹੋਏ। ਛੂਟ ਗਏ ਜਗ ਕੇ ਸਭ ਫੰਦਾ। ਔਰ ਜਿੰਨੇ ਵੀ ਭਾਵ ਜਗਤ ਦੇ ਫੰਦ ਪਏ ਹੋਏ ਸਨ, ਪੈਰਾਂ ਨੂੰ ਬੇੜੀਆਂ ਸਾਰੀਆਂ ਹੀ ਛੁੱਟ ਗਈਆਂ। ਹੱਥ ਬੰਦ ਪਦ ਬੰਧਨ ਧਾਰੀ। ਹੱਥ ਜੋੜ ਕੇ ਸ਼ਹਿਨਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਨੂੰ ਸਪਰਸ਼ ਕੀਤਾ। ਉਸਤਤ ਪਦ ਕੀ ਗਿਰਾ ਉਚਾਰੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਸਤਤੀ ਕੀਤੀ। ਧੰਨ ਧੰਨ ਪੂਰਨ ਗੁਰਦੇਵਾ। ਇਹ ਸ਼ਹਿਨਸ਼ਾਹ ਤੁਸੀਂ ਧੰਨ ਹੋ, ਧੰਨ ਹੋ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਸ਼੍ਰੀ ਮੁਖਵਾਕ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਸਤਤੀ ਗਾਇਨ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਰਾਏ ਬੁਲਾਰ ਜੀਆਂ ਨੇ ਮਹਾਰਾਜ ਜੀ ਦੀ ਉਸਤਤ ਗਾਇਨ ਕੀਤੀ। ਕਿਰਪਾ ਤੁਮਾਰੇ ਲਖਿਓ ਅਸ ਭੇਵਾ। ਮਹਾਰਾਜ ਇਹ ਆਪ ਜੀਆਂ ਦੀ ਕਿਰਪਾਲਤਾ ਕਿਰਪਾ ਦੇ ਨਾਲ ਇਸ ਭੇਦ ਨੂੰ ਮੈਂ ਜਾਣਿਆ ਹੈ। ਰਾਗ ਦੁਆਇਖ ਦੁਆਇ ਸਿੰਘ ਸਮਾਨਾ। ਮਹਾਰਾਜ ਜੀਓ ਆ ਦੁੱਖ ਤੇ ਸੁਖ ਜਿਹੜੇ ਸ਼ੇਰ ਸਮਾਨ ਮੂੰਹ ਅੱਡੀ ਖਲੋਤੇ ਹਨ, ਜਿਨ੍ਹਾਂ ਵਿੱਚ ਮਨੁੱਖ ਫਸ ਕਰਕੇ ਇਸ ਜੀਵਨ ਦੇ ਅੰਦਰ ਫਸਿਆ ਰਹਿੰਦਾ ਹੈ। ਆ ਜਿਹੜੇ ਦੋ ਸਾਹਮਣੇ ਸ਼ੇਰ ਹਨ, ਇਨਕੇ ਭੈ ਤੇ ਮੁਝ ਹੈ ਮਚਾਨਾ। ਮਹਾਰਾਜ ਤੁਸੀਂ ਰਾਗ ਤੇ ਦਵੈਖ ਤੋਂ ਇਹਨਾਂ ਦੇ ਭੈ ਤੋਂ ਮੈਨੂੰ ਮੁਕਤ ਕਰ ਦਿੱਤਾ ਹੈ, ਮੈਨੂੰ ਤੁਸਾਂ ਨੇ ਛੁਡਾ ਦਿੱਤਾ ਹੈ ਰਾਗ ਤਥਾ ਦਵੈਖ ਤੋਂ। ਗ੍ਰਸਿਓ ਸਰਪ ਦੀਰਘ ਅਹੰਕਾਰਾ। ਮਹਾਰਾਜ ਹੰਕਾਰ ਰੂਪੀ ਜਿਹੜਾ ਸੱਪ ਇਹ ਖਹਿੜਾ ਨਹੀਂ ਛੱਡਦਾ। ਹੰਕਾਰ ਕਿਤੇ ਨਾ ਕਿਤੇ ਬੰਦੇ ਨੂੰ ਘੇਰੀ ਖਲੋਤਾ ਹੈ। ਇਹਨੂੰ ਬਾਬਾ ਕਬੀਰ ਸਾਹਿਬ ਜੀ ਪਾਵਨ ਪਵਿੱਤਰ ਸ਼ਲੋਕਾਂ ਅੰਦਰ ਕਹਿੰਦੇ ਬੰਦੇ ਨੂੰ ਹੰਕਾਰ ਹੋ ਗਿਆ, ਮੇਰੀ ਸੋਹਣੀ ਦੇਹੀ ਦਾ ਮੇਰੇ ਵਰਗੀ ਹੋਰ ਕਿਸੇ ਦੀ ਕਾਇਆ ਨਹੀਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉ ਕਾਂਚੁਰੀ ਭਿਅੰਗ। ਕੀ ਪਤਾ ਅੱਜ, ਕੀ ਪਤਾ ਕੱਲ ਨੂੰ, ਕੀ ਪਤਾ ਪਰਸੋਂ ਨੂੰ, ਇੱਕ ਦਿਨ ਜਿਵੇਂ ਸੱਪ ਕੁੰਝ ਲਾ ਕੇ ਤੁਰ ਪੈਂਦਾ ਹੈ, ਤੂੰ ਵੀ ਇਸ ਦੇਹੀ ਨੂੰ ਛੱਡ ਕੇ ਚਲਾ ਜਾਏਗਾ। ਕਾਹਦਾ ਹੰਕਾਰ ਕਰੀ ਬੈਠਾ ਹੈ ਬੰਦੇ। ਹੰਕਾਰ ਕੀਤਾ ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਬੰਦੇ ਹੰਕਾਰ ਕੀਤਾ ਮੇਰੀ ਕੋਠੀ ਡਬਲ ਸਟੋਰੀ, ਮੈਂ ਹੋਰ ਇਹਨੇ ਮੇਰਾ ਮਕਾਨ ਸੋਹਣਾ। ਬਾਬਾ ਜੀ ਕਹਿੰਦੇ ਸੌਣਾ ਤਾਂ ਇੱਕ ਦਿਨ, ਤੂੰ ਜਾ ਕੇ ਕਬਰਾਂ ਦੇ ਵਿੱਚ ਹੈ, ਗੱਜ ਕੇ ਆਖੋ ਸਤਿਨਾਮ। ਵਾਹਿਗੁਰੂ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ, ਅਜੈ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਬਾਬਾ ਜੀ ਰਾਏ ਬੁਲਾਰ ਜੀ ਲੱਗੇ ਕਹਿਣ ਮਹਾਰਾਜ ਆ ਜਿਹੜਾ ਹੰਕਾਰ ਰੂਪੀ ਸੱਪ ਹੈ, ਦੀਨ ਜਾਨ ਤੁਮ ਲੀਨ ਉਬਾਰਾ। ਮਹਾਰਾਜ ਤੁਸਾਂ ਮੈਨੂੰ ਦੀਨ ਜਾਣ ਕੇ, ਮਹਾਰਾਜ ਤੁਸੀਂ ਮੈਨੂੰ ਉਬਾਰਾ ਕਹੀਏ ਬਚਾ ਲਿਆ ਹੈ। ਅਬ ਮੈਂ ਆਤਮ ਰੂਪ ਪਛਾਨਾ। ਸਤਿਗੁਰੂ ਹੁਣ ਮੈਂ ਆਪਣੇ ਨਿਜ ਰੂਪ ਨੂੰ ਪਹਿਚਾਨ ਲਿਆ ਹੈ। ਜਿਹ ਜਾਣੇ ਜਗ ਕੋ ਦੁਖ ਹਾਨਾ। ਸਤਿਗੁਰੂ ਮਹਾਰਾਜ ਜਿਹਨੂੰ ਜਾਣ ਕਰਕੇ ਜਗਤ ਦੇ ਦੁਖਾਂ ਤੋਂ ਛੁੱਟ ਜਾਈਦਾ ਹੈ। ਆਸ ਪ੍ਰਕਾਰ ਕੋ ਸੁਨ ਉਪਦੇਸੂ। ਇਸ ਪ੍ਰਕਾਰ ਉਪਦੇਸ਼ ਸੁਣ ਕਰਕੇ ਜਾਣਿਓ ਸਹਜ ਸਰੂਪ ਨਰੇਸੂ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਨਰੇਸ਼ੂ ਨਰੇਸ਼ ਭਾਵ ਰਾਏ ਬੁਲਾਰ ਜੀਆਂ ਨੇ ਇਸ ਭੇਦ ਨੂੰ ਆਪਣੇ ਸਰੂਪ ਨੂੰ ਜਾਣਿਆ। ਏਕ ਆਤਮਾ ਵਿਆਪਕ ਸਾਰੇ। ਇੱਕ ਸਾਰੇ ਪਾਸੇ ਉਹ ਇੱਕ ਆਤਮਾ ਪਰਿਪੂਰਨ ਪਰਮਾਤਮਾ ਦੀ ਜੋਤ ਸਭਾ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰੇ ਪਾਸੇ ਉਸ ਪਰਮਾਤਮਾ ਦੇ ਦੀਦਾਰ ਪਾਏ। ਹੁਤੋ ਭੇਦ ਸੋ ਦੂਰ ਨਿਵਾਰੇ। ਜਿਹੜਾ ਭੇਦ ਸੀ, ਜਿਹੜਾ ਫਰਕ ਜਾਣਿਆ ਉਹ ਦੂਰ ਹੋਇਆ। ਕਰ ਬੁਲਾਰ ਏਕ ਕਰ ਬੁਲਾਰ ਕੋ ਭਲੇ ਨਿਹਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਰਾਏ ਬੁਲਾਰ ਨੂੰ ਨਿਹਾਲ ਕੀਤਾ। ਪੁਨ ਆਏ ਨਿਜ ਸਦਨ ਕਿਰਪਾਲਾ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਿਜ ਸਦਨ ਘਰ ਆਏ ਹਨ। ਮਨ ਹੋ ਗਿਆਨ ਕੋ ਤਰਨ ਬਿਰਾਜੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗ੍ਰਹਿ ਵਿਖੇ ਘਰ ਆਏ ਹਨ। ਜਿਹ ਕੇ ਦਰਸ਼ਨ ਕਲਮਲ ਭਾਜੈ। ਔਰ ਮਹਾਰਾਜ ਜੀਆਂ ਦੇ ਦੀਦਾਰ ਪਾ ਕੇ ਕਲਮਲ ਪਾਪ ਸਾਰੇ ਦੂਰ ਹੋਏ। ਕਿਤਕ ਦਿਵਸ ਇਸ ਭਾਂਤ ਬਿਤਾਏ। ਸਤਿਗੁਰੂ ਮਹਾਰਾਜ ਇਸ ਪ੍ਰਕਾਰ ਕੁਝ ਇੱਕ ਦਿਨ ਬਤੀਤ ਹੋਏ। ਸੁਭ ਮਗ ਦੇਨ ਜਗਤ ਜੋ ਆਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋ ਜਗਤ ਨੂੰ ਸ਼ੁਭ ਮਤ ਦੇਣ ਵਾਸਤੇ ਆਏ ਹਨ। ਕਮਲ ਬਦਨ ਇੱਕ ਦਿਨ ਨਿਜ ਸਦਨਾ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਦਿਨ ਪੌੜ ਸੈਨ ਕੈ ਦੋਖ ਨਿਕਦਨਾ। ਸਤਿਗੁਰੂ ਮਹਾਰਾਜ ਇੱਕ ਦਿਨ ਆਰਾਮ ਨਾਲ ਆਪਣੇ ਗ੍ਰਹਿ ਵਿਖੇ ਲੰਮੇ ਪਏ ਸੁੱਤੇ ਹੋਏ ਹਨ। ਤਿਹ ਛਿਨ ਅਸਨ ਹੋਤ ਭਪ ਤਿਆਰਾ। ਔਰ ਇਸ ਪ੍ਰਕਾਰ ਉਸ ਵਕਤ ਘਰ ਦੇ ਅੰਦਰ ਭੋਜਨ ਪ੍ਰਸ਼ਾਦ ਦਾ ਸਮਾਂ ਹੋਇਆ। ਸਵਾਦ ਸਰਸ ਨਾਨਾ
ਪ੍ਰਕਾਰਾ ਔਰ ਨਾਨਾ ਪ੍ਰਕਾਰ ਸਵਾਦਿਸ਼ਟ ਭੋਜਨ ਗ੍ਰਹਿ ਦੇ ਅੰਦਰ ਘਰ ਦੇ ਅੰਦਰ ਪੱਕਣ ਲੱਗੇ। ਪਾਕਸਾਲ ਮਹਿ ਤ੍ਰਿਪਤਾ ਮਾਤਾ ਰਸੋਈ ਦੇ ਅੰਦਰ ਪਾਕਸ਼ਾਲਾ ਦੇ ਅੰਦਰ ਸਤਿਕਾਰਯੋਗ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮਾਤਾ ਤ੍ਰਿਪਤਾ ਜੀ ਵਿੰਜਨ ਕਰਵਾਏ ਤੇ ਤਾਤਾ ਔਰ ਨਾਨਾ ਪ੍ਰਕਾਰ ਦੇ ਪੁੱਤਰ ਵਾਸਤੇ ਭੋਜਨ ਪ੍ਰਸ਼ਾਦ ਤਿਆਰ ਕਰਵਾਏ। ਇਕ ਦਾਸੀ ਸੋ ਨਿਕਟ ਬੁਲਾਈ ਔਰ ਇੱਕ ਦਾਸੀ ਨੂੰ ਘਰ ਦੇ ਅੰਦਰ ਜੋ ਕੰਮ ਕਰ ਰਹੀ ਸੀ ਕੋਲ ਬੁਲਾਇਆ। ਕਹਿ ਕੇ ਸੁਤ ਕੋ ਆਨ ਜਗਾਈ ਨਾਮ ਸਾਧ ਸੰਗਤ ਜੀਓ ਦਾ ਤੁਲਸਾ ਜੋ ਘਰ ਦੇ ਅੰਦਰ ਕੰਮਕਾਰ ਦੇ ਵਾਸਤੇ ਸੀ ਉਹਨੂੰ ਮਾਤਾ ਤ੍ਰਿਪਤਾ ਜੀਆਂ ਨੇ ਬੁਲਾਇਆ ਹੈ। ਸੀਤਲ ਹੋਏ ਨ ਜਾਏ ਆਹਾਰਾ ਔਰ ਕੋਲ ਬੁਲਾ ਕੇ ਕਿਹਾ ਕਿ ਜਾਓ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਭਾਵ ਜਾ ਕੇ ਤੁਸੀਂ ਉਠਾਉਣਾ ਕਰੋ, ਪੁੱਤਰ ਨੂੰ ਤੂੰ ਜਾ ਕੇ ਉਠਾ ਬਈ ਭੋਜਨ ਪ੍ਰਸ਼ਾਦ ਸੀਤਲ ਕਿਤੇ ਠੰਡਾ ਨਾ ਹੋ ਜਾਏ। ਭੋਜਨ ਪ੍ਰਸ਼ਾਦ ਤਿਆਰ ਹੈ, ਲੰਮੇ ਸਮੇਂ ਤੋਂ ਲੰਮੇ ਪਏ ਹਨ, ਉਹਨਾਂ ਨੂੰ ਕਹੋ ਉਠੋ, ਉੱਠ ਕੇ ਤੁਸੀਂ ਭੋਜਨ ਪ੍ਰਸ਼ਾਦ ਛਕ ਲਵੋ। ਜੀਵਹਿ ਆਨ ਅਨੇਕ ਪ੍ਰਕਾਰਾ ਔਰ ਆਣ ਕੇ ਰਸੋਈ ਅੰਦਰ ਭੋਜਨ ਛਕ ਲੈਣ। ਤਵ ਗਵਨੀ ਦਾਸੀ ਸੁਨ ਬੈਨਾ ਦਾਸੀ ਨੇ ਇਹ ਬੋਲ ਸੁਨੇ, ਤੁਲਸਾ ਦਾਸੀ ਨੇ, ਜਦੋਂ ਕਿਸੇ ਦੇ ਭਾਗ ਜਾਗੜੇ ਹੋਣ ਉਹ ਘੜੀ ਸੁਲੱਖਣੀ ਆਉਣੀ ਹੋਵੇ, ਤੁਲਸਾ ਦਾਸੀ ਨੇ ਉਹ ਬੋਲ ਸੁਨੇ ਔਰ ਸੁਣ ਕਰਕੇ ਪਹੁੰਚੀ ਜਹੈ ਸਨੇ ਗੁਰ ਐਨਾ ਔਰ ਉਸ ਥਾਂ ਤੇ ਪਹੁੰਚ ਗਈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਲੰਮੇ ਪਏ ਹਨ। ਹਿਰਦੇ ਜਗਾਵਨ ਕੀ ਅਬਿਲਾਖਾ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਜਗਾਉਣ ਦੀ ਜੋ ਅਬਿਲਾਖਾ ਸੀ। ਸੁਮਤਵਾਨ ਥੀ ਬਚਨ ਨਾ ਭਾਖਾ ਪਰ ਉਹ ਵੇਖਿਆ ਵੀ ਮਹਾਰਾਜ ਗੂੜੀ ਨੀਂਦ ਵਿੱਚ ਨੇ, ਚਿੱਤ ਵਿੱਚ ਆਇਆ ਕਿਤੇ ਇਹਨਾਂ ਦੀ ਨੀਂਦ ਹੋਰ ਭਾਵ ਖਰਾਬ ਨਾ ਹੋ ਜਾਏ। ਸਿਆਣੀ ਸੀ, ਕੋਈ ਬਚਨ ਨਾ ਕੀਤਾ। ਗਹਿਰ ਚੀਰ ਤੇ ਚਰਨ ਸੁਹਾਵਾ ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਜਿਹੜੇ ਚਰਨ ਸਨ ਉਹ ਚਾਦਰ ਤੋਂ ਕੱਪੜੇ ਤੋਂ ਬਾਹਰ ਸਨ। ਤਿਹ ਪਰਸਨ ਹਿਤ ਮਨ ਲਲਚਾਵਾ ਔਰ ਚਿੱਤ ਵਿੱਚ ਆਇਆ ਕਿ ਸਤਿਗੁਰੂ ਮਹਾਰਾਜ ਉਂਝ ਤਾਂ ਚਰਨਾਂ ਨੂੰ ਹੱਥ ਨਹੀਂ ਲਾਣ ਦਿੰਦੇ, ਮੈਂ ਹੁਣ ਸ਼ਹਿਨਸ਼ਾਹ ਜੀਆਂ ਦੇ ਮੁਕੱਦਸ ਪਾਵਨ ਪਵਿੱਤਰ ਚਰਨਾਂ ਨੂੰ ਸਪਰਸ਼ ਕਰ ਲਵਾਂ। ਪਰਮ ਪ੍ਰੇਮ ਜਾਗਿਓ ਮਨ ਮਾਹੀ ਬੜਾ ਹਿਰਦੇ ਅੰਦਰ ਤੁਲਸਾ ਦਾਸੀ ਦੇ ਹਿਰਦੇ ਅੰਦਰ ਵੱਡਾ ਪ੍ਰੇਮ ਜਾਗਿਆ। ਚਰਨ ਹੈ ਹਾਥ ਸੁਹਾਇਓ ਨਾਹੀ ਔਰ ਸਤਿਗੁਰੂ ਜੀਆਂ ਦੇ ਮੁਬਾਰਕ ਚਰਨਾਂ ਨੂੰ ਆਪਣੇ ਹੱਥ ਵੀ ਨਾ ਲਾਏ। ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਨੂੰ ਹੱਥ ਤੱਕ ਨਾ ਲਾਏ। ਰਸਨਾ ਸੰਗ ਸੋ ਚਾਟਣ ਲਾਗੀ ਔਰ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਮੁਬਾਰਕ ਚਰਨਾਂ ਨੂੰ ਆਪਣੀ ਜੀਭ ਨਾਲ ਚੱਟਣ ਲੱਗੀ। ਸਤਿਗੁਰੂ ਜੀਆਂ ਦੇ ਮੁਬਾਰਕ ਚਰਨਾਂ ਨੂੰ ਚੁੰਮਿਆ ਹੈ। ਜਗ ਮੈਂ ਬੜ ਭਾਗੁਣ ਅਨੁਰਾਗੀ ਹਾਂ, ਜਿਨ੍ਹਾਂ ਦੇ ਵੱਡੇ ਭਾਗ ਹਨ। ਬਾਬਾ ਫਰੀਦ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬੋਲ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਨੇਂਦੀ ਮਾਓ ਆਏ, ਸਫਲ ਸੇ ਪਰਵਤਗਾਰ ਅਪਾਰ ਬੇਅੰਤੂ, ਜਿਨਾ ਪਛਾਤਾ ਸੱਚ ਚੁਮਾ ਪੈਰ ਮੂੰਹ। ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਕਮਲਾਂ ਨੂੰ ਆਪਣੀ ਜੀਭ ਦੇ ਨਾਲ ਚੁੰਮਿਆ ਤੁਲਸਾ ਦਾਸੀ ਨੇ। ਔਰ ਸਾਧ ਸੰਗਤ ਜੀਓ, ਕਵੀ ਜੀ ਇੱਥੇ ਲਿਖਦੇ ਹਨ ਜਿਨ੍ਹਾਂ ਦੇ ਵੱਡੇ ਭਾਗ। ਕੀਨ ਸਪਰਸਨ ਰਸਨਾ ਜਬ ਹੀ ਔਰ ਜਿਸ ਵਕਤ ਮਹਾਰਾਜ ਜੀਆਂ ਦੇ ਚਰਨਾਂ ਨੂੰ ਸਪਰਸ਼ ਕੀਤਾ, ਤੀਨ ਲੋਕ ਕੀ ਸੁਧ ਭੀ ਤਬ ਹੀ ਕਹਿੰਦੇ ਇੱਕ ਲੋਕ ਦੀ ਕੀ ਸਾਧ ਸੰਗਤ ਜੀਓ, ਤਿੰਨ ਲੋਕਾਂ ਦੀ ਸੋਝੀ ਹੋਈ। ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਨੂੰ ਸਪਰਸ਼ ਕਰਕੇ ਤਿੰਨ ਲੋਕਾਂ ਦੀ ਸੋਝੀ ਤੁਲਸਾ ਦਾਸੀ ਨੂੰ ਹੋਈ ਹੈ। ਗ੍ਰਾਮ ਨਗਰ ਕਾਨਣ ਗਿਰ ਭਾਰੀ ਪਿੰਡ ਕੀ ਜੰਗਲ ਸਾਰੇ ਪਾਸੇ ਦੀ, ਸਭ ਸੁਧ ਜਾਨੀ ਸਿੰਧ ਮੁਝਾਰੀ ਔਰ ਇਥੋਂ ਤੱਕ ਹੀ ਸਮੁੰਦਰਾਂ ਤੱਕ ਦੀ ਭਾਵ ਸੋਝੀ ਤੁਲਸਾ ਦਾਸੀ ਨੂੰ ਹੋਈ ਹੈ। ਤਹ ਇੱਕ ਕੌਤਕ ਲਖਿਓ ਅਨੂਪਾ ਔਰ ਇੱਕ ਬੜਾ ਹੀ ਵਿਲੱਖਣ ਕੌਤਕ ਤੁਲਸਾ ਦਾਸੀ ਨੇ ਤੱਕਿਆ ਹੈ। ਸ੍ਰੀ ਨਾਨਕ ਕੋ ਪਿਖਿਓ ਸਰੂਪਾ ਆਪਣੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸਵਰੂਪ ਤੱਕਿਆ। ਤਿੰਨਾਂ ਲੋਕਾਂ ਦੀ ਸੋਝੀ ਹੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਵਰੂਪ ਨੂੰ ਤੱਕਿਆ ਹੈ। ਲਾਪੁਰ ਕੋ ਮਨ ਸੁਖ ਜੋ ਛਾਹ ਜਿਹੜਾ ਸ਼ਾਹ ਲਾਪੁਰ ਦਾ ਭਾਈ ਮਨਸੁਖ ਸੀ,
ਵੇਖਿਆ ਕਿ ਜੋ ਤਿੰਨਾਂ ਲੋਕਾਂ ਦੀ ਸੋਝੀ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸਵਰੂਪ, ਜੋ ਲਾਹੌਰ ਦਾ ਇੱਕ ਧਨਾੜ ਵਪਾਰੀ ਭਾਈ ਮਨਸੁਖ ਜੀ, ਤਿਹ ਜਹਾਜ ਥੋ ਸਾਗਰ ਮਹਾ, ਉਹਦਾ ਜਿਹੜਾ ਜਹਾਜ਼ ਵੱਡੇ ਸਮੁੰਦਰ ਸਾਗਰ ਅੰਦਰ, ਤਾਂ ਕੋ ਬਿਗਨ ਹੋਨ ਕਛ ਲਾਗਾ। ਕੁਛ ਉਹਦੇ ਜਹਾਜ਼ ਨੂੰ ਕੁਛ ਵਿਘਨ ਹੋਣ ਲੱਗਾ, ਭਾਈ ਮਨਸੁਖ ਜੀ ਦੇ ਜਹਾਜ਼ ਨੂੰ ਥੋੜਾ ਕੋਈ ਵਿਘਨ ਰਸਤੇ ਵਿੱਚ ਆਇਆ। ਸਿਮਰਨ ਸ੍ਰੀ ਨਾਨਕ ਅਨੁਰਾਗਾ, ਉਹ ਭਾਈ ਮਨਸੁਖ ਜੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ, ਸਿਮਰਨ ਕੀਤਾ। ਸਤਿਗੁਰੂ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਯਾਦ ਭਾਈ ਮਨਸੁਖ ਜੀ ਨੇ ਕੀਤਾ। ਹੇ ਪ੍ਰਭ ਦੀਨ ਬੰਦ ਗੁਰ ਪੂਰਨ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਪੂਰੇ ਸਤਿਗੁਰੂ ਜੀ, ਕਰਹੁ ਸਹਾਈ ਆਨ ਮਮ ਤੂਰਨ। ਮੇਰੀ ਤੁਸੀਂ ਆਣ ਕੇ ਸਹਾਇਤਾ ਕਰੋ। ਜਿਸ ਪ੍ਰਕਾਰ ਭਾਈ ਮੱਖਣ ਸ਼ਾਹ ਲਵਾਣੇ ਜੀ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਪੁਕਾਰਿਆ, ਜਦੋਂ ਸਾਰੇ ਪਾਸੇ ਕੋਈ ਵਾਹ ਚਾਰਾ ਨਾ ਚੱਲਿਆ, ਜਦੋਂ ਉਹਨਾਂ ਨੇ ਯਾਦ ਕੀਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਦੇ ਪਾਸ ਉਹਦੇ ਕਾਰਜਾਂ ਹਿੱਤ ਗਏ। ਇਸੇ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਭਾਈ ਮਨਸੁਖ ਜੀ ਨੇ ਯਾਦ ਕੀਤਾ। ਹੇ ਸਤਿਗੁਰੂ ਪੂਰੇ ਆਪ ਰਹਿਮਤ ਕਰੋ, ਸਹਾਇਤਾ ਕਰੋ। ਜਹ ਸੰਬੰਧੀ ਕੋਈ ਨ ਸਾਥਾ, ਜਿਹੜੀ ਥਾਂ ਤੇ ਕੋਈ ਸੰਬੰਧੀ, ਕੋਈ ਸਾਕ, ਕੋਈ ਰਿਸ਼ਤਾ ਨਾਤਾ, ਜਿੱਥੇ ਉਹ ਕੋਈ ਸਹਾਇਤਾ ਹੋਰ ਨਹੀਂ ਕਰਦਾ। ਇਹ ਤਾਂ ਚਲੋ ਜਗਤ ਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਬਚਨ ਕਹੇ, ਮਾਤਾ ਪਿਤਾ ਤਾਂ ਇੱਥੇ ਸਹਾਈ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਥ ਸਾਥ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਉਹ ਜਿੰਦ ਦੇ ਨਾਲ ਭਾਵ ਉਹ ਵਸਦਾ ਹੈ। ਭਾਈ ਮਨਸੁਖ ਜੀ ਨੇ ਯਾਦ ਕੀਤਾ, ਤਹ ਤੁਮ ਸਾਥ ਹੋਥ ਜਗਨਾਥਾ, ਸ਼ਹਿਨਸ਼ਾਹ ਜਗਤ ਦੇ ਨਾਥ ਤੁਸੀਂ ਉੱਥੇ ਸਹਾਈ ਹੁੰਦੇ ਹੋ। ਤੀਰ ਸੰਗਲਾ ਦੀਪ ਬਚਾਵਨ, ਮਹਾਰਾਜ ਸਿੰਗਲਾ ਦੀਪ ਟਾਪੂ ਦੇ ਅੰਦਰ ਮੈਂ ਪਹੁੰਚਣਾ ਹੈ। ਕਰੋ ਜਹਾਜ ਭਗਤ ਮਨ ਭਾਵਨ, ਮਹਾਰਾਜ ਸਹਾਈ ਹੋਵੋ। ਸਤਿਗੁਰੂ ਜੀ ਆਪਣੇ ਦਾਸਰਿਆਂ ਦੇ ਕਾਰਜਾਂ ਦੇ ਅੰਦਰ ਨਿਜ ਅਰਾਧਨਾ ਲੱਖ ਕਰ ਸੁਆਮੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਦੋਂ ਤੱਕਿਆ ਕਿ ਭਾਈ ਮਨਸੁਖ ਜੀ ਨੇ ਯਾਦ ਕੀਤਾ ਹੈ, ਗਏ ਸਿੰਧ ਮਹਿ ਅੰਤਰ ਜਾਮੀ। ਮਹਾਰਾਜ ਜੋ ਸਮੁੰਦਰ ਅੰਦਰ ਸਿੰਧ ਦੇ ਅੰਦਰ ਪਹੁੰਚੇ ਹਨ, ਇਹ ਜਹਾਜ ਕੋ ਤਟ ਪਹੁੰਚਾਵਾ। ਉਹਦੇ ਜਹਾਜ਼ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਿਨਾਰੇ ਲਾਇਆ। ਜਿਨ੍ਹਾਂ ਨੇ ਭਾਵਨਾ ਨਾਲ ਮਹਾਰਾਜ ਜੀ ਨੂੰ ਯਾਦ ਕੀਤਾ, ਭਾਈ ਮਨਸੁਖ ਜੀ ਦੇ ਜਹਾਜ਼ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੰਢੇ ਲਾਇਆ। ਮਨ ਸੁਖ ਦੇਖ ਹਿਰਦੇ ਸੁਖ ਪਾਵਾ, ਭਾਈ ਮਨਸੁਖ ਹਿਰਦੇ ਅੰਦਰ ਅਤਿਅੰਤ ਪ੍ਰਸੰਨ ਹੋਏ। ਦਾਸੀ ਸਭ ਬੇਲੋਕ ਬਿਰਤਾਂਤਾ, ਔਰ ਦਾਸੀ ਤੁਲਸਾ ਨੇ ਸਾਰਾ ਜਿਹੜਾ ਇਹ ਸੀ ਉਹਨੇ ਆਪਣੀਆਂ ਅੱਖਾਂ ਨਾਲ ਤੱਕਿਆ ਹੈ। ਗਈ ਤਬ ਹੈ ਜਹ ਥੀ ਗੁਰਮਾਤਾ, ਜਿਹੜੀ ਥਾਂ ਤੇ ਮਾਤਾ ਜੀ ਸਨ, ਮਾਤਾ ਤ੍ਰਿਪਤਾ ਜੀਆਂ ਨੇ ਭੇਜਿਆ ਸੀ ਬੁਲਾ ਕੇ, ਲਿਆਓ ਕਿਤੇ ਭੋਜਨ ਠੰਡਾ ਨਾ ਹੋ ਜਾਏ, ਭੋਜਨ ਠੰਡਾ ਨਾ ਹੋ ਜਾਏ, ਤੁਸੀਂ ਜਾ ਕੇ ਬੁਲਾ ਕੇ ਲਿਆਓ। ਤੇ ਉਹ ਜਦੋਂ ਦੁਬਾਰਾ ਮਾਤਾ ਜੀਆਂ ਦੇ ਕੋਲ ਆਈ, ਕਹਿਓ ਜਾਏ ਮੈਂ ਕੇ ਨਾ ਜਗਾਵਨ, ਕਹਿੰਦੇ ਮਾਤਾ ਜੀ ਮੈਂ ਜਗਾਇਆ ਨਹੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਮਾਤਾ ਜੀ ਤੁਸੀਂ ਭੇਜਿਆ ਸੀ ਜਗਾਉਣ ਵਾਸਤੇ ਵੀ ਜਾਓ ਉਠਾ ਕੇ ਲਿਆਓ, ਵੀ ਉੱਠ ਕੇ ਭੋਜਨ ਪ੍ਰਸ਼ਾਦ ਛਕ ਲੈਣ, ਪਰ ਮੈਂ ਜਗਾ ਕੇ ਨਹੀਂ ਆਈ। ਸੋ ਤੋ ਕਰਹਿ ਜਹਾਜ ਲੰਘਾਵਨ, ਹਾਂਜੀ ਉਠਾਉਂਦੀ ਕਿਸ ਤਰ੍ਹਾਂ, ਉਹ ਤਾਂ ਜਹਾਜ਼ ਲੰਘਾਉਣ ਵਾਸਤੇ ਭਾਵ ਸਮੁੰਦਰ ਦੇ ਅੰਦਰ ਉਸ ਥਾਂ ਪਹੁੰਚੇ ਹੋਏ ਹਨ, ਮੈਂ ਕਿਸ ਤਰ੍ਹਾਂ ਉਹਨਾਂ ਨੂੰ ਉਠਾਉਂਦੀ। ਜਬ ਨਿਜ ਸਿੱਖ ਕੋ ਕਰ ਹੈ ਕਾਜਾ, ਹਾਂ ਜਦੋਂ ਉਹ ਆਪਣੇ ਸਿੱਖਾਂ ਦੇ ਨਿਜ ਕਾਰਜ ਕਰ ਲੈਣਗੇ, ਦੇ ਸਮੁੰਦਰ ਲੰਘਾਈ ਜਹਾਜਾ, ਉਹ ਸਮੁੰਦਰ ਦੇ ਵਿੱਚੋਂ ਦਾ ਜਹਾਜ਼ ਪਾਰ ਲਾ ਦੇਣਗੇ। ਤਬ ਮੈਂ ਆਨੋ ਕਿਨਹਿ ਜਗਾਈ, ਫਿਰ ਮੈਂ ਉਹਨਾਂ ਨੂੰ ਉਠਾ ਕੇ ਕਹਿਓ ਸਾਚ ਬਚਕੂਰ ਨ ਰਾਈ। ਮਾਤਾ ਜੀ ਮੇਰੇ ਇਹ ਬਚਨ ਝੂਠੇ ਨਹੀਂ, ਬਚਨ ਸੱਚੇ ਹਨ। ਸੋਨ ਤ੍ਰਿਪਤਾ ਦੇਸ ਕਾਛ ਕਹਿ ਬੈਨਾ, ਮਾਤਾ ਤ੍ਰਿਪਤਾ ਜੀਆਂ ਨੇ ਬੋਲ ਸੁਣੇ। ਮਾਤਾ ਤ੍ਰਿਪਤਾ ਗੁੱਸੇ ਹੋਏ, ਰਿਸ ਕਰ ਬੈਨਾ, ਥੋੜੇ ਗੁੱਸੇ ਹੋਏ, ਕਹਿਣ ਲੱਗੀ ਚੱਲੀ ਕੀ ਕਹਿਣ ਲੱਗੀ ਹੈ।
ਇਹ ਤੂੰ ਕੀ ਕਹਿ ਰਹੀ ਹੈ? ਸੁੱਤੇ ਹੋਏ ਹਨ, ਗਏ ਕਿੱਥੇ ਹਨ? ਤੂੰ ਠਾ ਕੇ ਨਹੀਂ ਲਿਆਈ, ਭੋਜਨ ਠੰਡਾ ਹੋ ਜਾਏਗਾ। ਥੋੜਾ ਜਿਹਾ ਖਿੱਚ ਕੇ, ਥੋੜਾ ਜਿਹਾ ਗੁੱਸੇ ਨਾਲ ਮਾਤਾ ਤ੍ਰਿਪਤਾ ਜੀਆਂ ਨੇ ਸ਼ਬਦ ਕਹੇ। ਗਈ ਆਪ ਜਹ ਕੇ ਸੁਤ ਸੈਨਾ। ਫਿਰ ਜਾ ਕੇ ਮਾਤਾ ਜੀ ਛੇਤੀ ਆਪ ਹੀ ਗਏ ਹੁਣ ਉਠਾਣ। ਆਪ ਜਾ ਕੇ ਮਾਤਾ ਜੀਆਂ ਨੇ ਉਠਾਇਆ ਹੈ। ਤਿਨਹਿ ਜਗਾਏ ਅਚਾਏ ਆਹਾਰਾ। ਜਗਾ ਕੇ ਬੜੇ ਪ੍ਰੇਮ ਸਹਿਤ ਮਾਤਾ ਜੀਆਂ ਨੇ ਪੁੱਤਰ ਨੂੰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਭੋਜਨ ਛਕਾਇਆ। ਪਾਛੇ ਤੇ ਮੁਖ ਬਚਨ ਉਚਾਰਾ। ਔਰ ਬਾਅਦ ਦੇ ਅੰਦਰ ਮੁਖੋ ਮਾਤਾ ਜੀਆਂ ਨੇ ਬਚਨ ਕਹੇ। ਸੁਨਹੁ ਪੁੱਤਰ ਲੱਖ ਦਸਾ ਤੁਮਾਰੀ। ਪੁੱਤਰ ਜੀ, ਤੁਹਾਡੀ ਇਹ ਹਾਲਤ ਵੇਖ ਕੇ ਨਾ, ਤੁਹਾਡੀ ਇਹ ਹਾਲਤ ਤੱਕ ਕਰਕੇ ਦਾਸੀ ਭੀ ਮੋਜ ਹਸੀ ਉਚਾਰੀ। ਆ ਵੇਖ ਹੁਣ ਤੇ ਦਾਸੀ ਵੀ ਮੈਨੂੰ ਮਖੌਲ ਕਰਦੀ ਆ ਪੁੱਤਰ, ਤੇਰੀ ਹਾਲਤ ਵੇਖ ਕੇ। ਤੇਰੀ ਹਾਲਤ ਵੇਖ ਕੇ ਮੈਨੂੰ ਦਾਸੀ ਨੇ ਥੋੜਾ ਮਖੌਲ ਕੀਤਾ ਹੈ ਅੱਜ। ਕਹਿ ਕਿ ਕਰਹਿ ਜਹਾਜ ਲੰਘਾਵਨ। ਇਹਨੇ ਮੈਨੂੰ ਆਣ ਕੇ ਆਖਿਆ ਉਹ ਤਾਂ ਜਹਾਜ਼ ਲੰਘਾਉਣ ਗਏ ਨੇ ਪਾਰ, ਉਹ ਤੇ ਉੱਥੇ ਹੈ ਹੀ ਨਹੀਂ। ਠਾਵਾਂ ਕਿਹਨੂੰ? ਉਹ ਤੇ ਉੱਥੇ ਹੈ ਹੀ ਨਹੀਂ, ਉਹ ਤਾਂ ਜਹਾਜ਼ ਲੰਘਾਉਣ ਵਾਸਤੇ ਗਏ ਹੋਏ ਹਨ। ਨਹ ਜਾਤੇ ਮੈਂ ਕਰੋ ਜਗਾਵਨ। ਔਰ ਉਹਨੇ ਤੁਹਾਨੂੰ ਉਠਾਇਆ ਨਹੀਂ ਸੀ। ਮਾਤ ਬਚਨ ਸੁਨ ਕਰ ਜਗ ਸੁਆਮੀ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮਾਤਾ ਜੀ ਦੇ ਬੋਲ ਸੁਣੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤ ਲੋਕ ਵਿੱਚ ਪਰਮੇਸ਼ਰ ਵਿਚਰ ਰਹੇ ਹਨ ਸੰਸਾਰ ਦੇ ਅੰਦਰ, ਪਰ ਉਹ ਆਪਣੇ ਘਰ ਨਹੀਂ ਜਨਾ ਰਹੇ। ਇਹ ਬਾਤ ਮਾਤਾ ਜੀ ਨੂੰ, ਪਿਤਾ ਜੀ ਨੂੰ ਜਦੋਂ ਮਾਤਾ ਦੇ ਮੁਖੋਂ ਇਹ ਬੋਲ ਸੁਣੇ, ਬੋਲੇ ਮੁਖ ਤੇ ਅੰਤਰ ਜਾਮੀ। ਸਤਿਗੁਰੂ ਮਹਾਰਾਜ ਸਹਿ ਸੁਭਾਕ ਅੰਤਰਜਾਮੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਹਿ ਸੁਭਾਕ ਬਚਨ ਕਰਦੇ ਹਨ। ਕਮਲੀ ਝਮਲੀ ਕੇ ਬਚ ਐਸੀ। ਮਾਤਾ ਜੀ, ਇਹ ਕਮਲੀ ਝਮਲੀ ਦੇ ਇਦਾਂ ਦੇ ਬੋਲਾਂ ਨੂੰ ਤੁਸੀਂ ਥੋੜਾ ਜਿਹਾ ਸਹਿਜ ਨਾਲ ਲੈ ਲਿਆ ਕਰੋ। ਇਹ ਤਾਂ ਇਦਾਂ ਹੀ ਕਹਿ ਦਿੰਦੀ ਹੈ, ਕਮਲੀ ਚਮਲੀ ਇਹ ਇਦਾਂ ਹੀ ਬੋਲਦੀ ਹੈ। ਇਸਕੇ ਕਹੇ ਨਾ ਮਾਨੋ ਕੈਸੇ। ਇਹਨਾਂ ਦੇ ਕਹੇ ਹੋਏ ਨਾ ਮੰਨਿਆ ਕਰੋ। ਤੁਸੀਂ ਇਹਨਾਂ ਦੇ ਕਹੇ ਹੋਇਆਂ ਨੂੰ ਦਿਲ ਤੇ ਨਾ ਗੱਲ ਲਾਇਆ ਕਰੋ। ਕਮਲੀ ਚਮਲੀ ਇਹ ਹੈ। ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਘਟ ਘਟ ਦੀਆਂ ਜਾਣਨ ਹਾਰੇ ਮਾਤਾ ਜੀ ਕੋਲ ਉਹ ਸਾਰਾ ਕੁਝ ਨਹੀਂ ਜਨਾ ਰਹੇ, ਸੰਸਾਰ ਵਿੱਚ ਵਿਚਰ ਰਹੇ ਹਨ। ਕੋਈ ਆਖੈ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ دیਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਕੋਈ ਕੀ ਕਹਿ ਰਿਹਾ, ਕੋਈ ਕੀ ਕਹਿ ਰਿਹਾ। ਮਹਾਰਾਜ ਆਪਣੇ ਰੰਗ ਵਿੱਚ ਜਗਤ ਵਿੱਚ ਵਿਚਰ ਰਹੇ ਨੇ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਮਾਤਾ ਜੀ ਇਹਨਾਂ ਦੇ ਬੋਲਾਂ ਨੂੰ ਤੁਸੀਂ ਨਾ ਮੰਨਿਆ ਕਰੋ, ਇਹ ਇਦਾਂ ਹੀ ਕਹਿ ਦਿੰਦੀ ਹੈ। ਆਸ ਕਹਿ ਕਰ ਗਮਨੇ ਉਦਿਆਨਾ। ਇਹਨੇ ਕਹਿ ਕੇ ਬੋਲ ਮਹਾਰਾਜ ਫਿਰ ਜੰਗਲ ਵੱਲ ਨੂੰ ਚਲੇ ਗਏ। ਵੈਸੇ ਜਾਏ ਇਕਾਂਤ ਸਥਾਨਾ। ਜਾ ਕੇ ਇਕਾਂਤ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧ ਸੰਗਤ ਜੀ ਉੱਥੇ ਜਾ ਕੇ ਇਕਾਂਤ ਵਿੱਚ ਬੈਠ ਗਏ। ਪਰਮੇਸ਼ਰ ਦੇ ਅੰਦਰ ਜਿੱਥੇ ਧਿਆਨ ਧਰਿਆ। ਸੋ ਦਾਸੀ ਬਾਚ ਕਹਿਨੇ ਕਰ ਕੈ। ਔਰ ਜੋ ਸਤਿਗੁਰੂ ਜੀਆਂ ਨੇ ਉਸ ਦਾਸੀ ਨੂੰ ਜੋ ਸ਼ਬਦ ਕਹੇ, ਵੀ ਕਮਲੀ ਸੁਧ ਗਈ ਬਿਸਰ ਕੈ। ਉਹ ਕਮਲੀ ਹੋ ਗਈ, ਉਹਦੀ ਭਾਵ ਉਹਨੂੰ ਸੁਧ ਭੁੱਲ ਗਈ। ਉਹ ਸੁਧ ਇਸ ਪ੍ਰਕਾਰ ਨਹੀਂ ਕਿ ਉਹ ਬਾਵਰੀ ਹੋ ਗਈ, ਨਹੀਂ। ਜਿਹਨੂੰ ਭਗਤ ਨਾਮਦੇਵ ਸਾਹਿਬ ਤਥਾ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਇਉਂ ਵੀ ਅੰਕਿਤ ਕਰਦੇ ਹਨ, ਮੈਂ ਬੌਰੀ ਮੇਰਾ ਰਾਮ ਪਤਾਰ। ਐਸੀ ਖੇਡ ਦੇ ਅੰਦਰ ਕਿਉਂਕਿ ਮਹਾਰਾਜ ਜੀਆਂ ਦੇ ਚਰਨਾਂ ਨੂੰ ਸਪਰਸ਼ ਕੀਤਾ, ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੀ ਸੇਵਾ ਕੀਤੀ, ਜੂਠੇ ਬਰਤਨ ਮਾਂਜੇ, ਮਹਾਰਾਜ ਜੀਆਂ ਦੇ ਵਸਤਰਾਂ ਦੀ ਸੇਵਾ ਕੀਤੀ, ਸਤਿਗੁਰੂ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਘਾਲ ਕਮਾਈ ਕਰ ਲਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਤਿਲ ਨਹੀਂ ਭੰਨਾ ਘਾਲੇ। ਮਹਾਰਾਜ ਜੀ ਤਾਂ ਕਿਸੇ ਦੇ ਤਿਲ ਮਾਤਰ ਵੀ ਉਹਦੀ ਸੇਵਾ ਵਿਅਰਥ ਨਹੀਂ ਮਹਾਰਾਜ ਜਾਣ ਦਿੰਦੇ। ਉਹਨੇ ਤਾਂ ਸੇਵਾ ਘਾਲੀ ਭਾਈ, ਸੇਵਾ ਦਾ ਉਹਨੂੰ ਫਲ ਵੀ ਪ੍ਰਾਪਤ ਹੋਣਾ ਹੈ। ਜੋ ਸਤਿਗੁਰੂ ਜੀ ਦੇ ਗ੍ਰਹਿ ਦੇ ਅੰਦਰ ਅਥਾਹ ਘਾਲ ਕਮਾਈ ਘਾਲੀ ਹੈ, ਉਹਦੀ ਉਹਨੂੰ ਫਲ ਪ੍ਰਾਪਤ ਹੋਇਆ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਹੁਣ ਐਸੀ ਉਹ ਖੇਡ ਵਾਪਰੀ। ਜੀਵਤ ਰਹੀ ਜਗਤ ਮਹਿ ਜਾਵਦ। ਜਦੋਂ ਤੱਕ ਸਾਧ ਸੰਗਤ ਜਿਉ ਇਸ ਪ੍ਰਕਾਰ ਜਗਤ ਦੇ ਅੰਦਰ ਜੀਵਤ ਰਹੀ, ਨਹਿ ਆਈ ਸੁਧ ਤਿਹ ਕੋ ਤਾਵਦ। ਔਰ ਇਸੇ ਤਰ੍ਹਾਂ ਪ੍ਰੇਮ ਰੰਗ ਦੇ ਅੰਦਰ ਉਹ ਰਤੀ ਰਹੀ। ਜਬ ਹੀ ਤਇਆ ਗਇਓ ਭੂਤਕ ਦੇਹਾ। ਔਰ ਜਦੋਂ ਸਮਾਂ ਆਇਆ ਦੇਹੀ ਤਿਆਗਣ ਦਾ, ਭਈ ਮੁਕਤ ਗਵਨੀ ਹਰ ਗ੍ਰੋਹਾ। ਔਰ ਆਪਣੇ ਨਿਜ ਗ੍ਰਹਿ ਨੂੰ ਭਾਵ ਉਹ ਚਲੀ ਗਈ।
ਜਦੋਂ ਸਮਾਂ ਆਇਆ ਦੇਹੀ ਤਿਆਗੀ, ਸਰੀਰ ਤਿਆਗਿਆ, ਸਰੀਰ ਰਹਿ ਗਿਆ ਇੱਥੇ। ਔਰ ਤੁਲਸਾ ਦਾਸੀ ਆਪਣੇ ਨਿਜ ਗ੍ਰਹਿ ਨੂੰ ਚਲੀ ਗਈ, ਹਰੀ ਦੇ ਗ੍ਰਹਿ ਨੂੰ ਚਲੀ ਗਈ, ਜਿਸ ਥਾਂ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਕਹਿੰਦੇ ਹਨ, ਸੋਹਿਲਾ ਸਾਹਿਬ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚੱਲੋ ਹਰ ਲਾਹਾ ਆਗਾ ਬਸਨ ਸੁਹੇਲਾ। ਔਦ ਘਟੈ ਦਿਨ ਸਰੈਣਾ, ਰੇ ਮਨ ਗੁਰਮਿਲ ਕਾਜ ਸਵਾਰੇ, ਰਹਾਉ ਸੰਸਾਰ ਬੇਕਾਰ, ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਰਸ ਕਥ ਕਥਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਉਹ ਉਸ ਅਵਸਥਾ ਦੀ ਮਾਲਕ ਬਣ ਗਈ। ਮਹਾਰਾਜ ਜੀਆਂ ਦੇ ਘਰ ਜੋ ਸੇਵਾ ਕੀਤੀ, ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸਾਧ ਸੰਗਤ ਜੀਓ ਭਈ ਮੁਕਤ ਗਵਨੀ ਹਰ ਗ੍ਰੇਹਾ, ਹਰੀ ਦੇ ਗ੍ਰਹਿ ਉਹ ਗਵਨ ਗਈ, ਹਰੀ ਦੇ ਘਰੋਂ ਚਲੀ ਗਈ। ਆਪਣੇ ਨਿਜ ਘਰ ਦੇ ਅੰਦਰ ਉਸ ਥਾਂ ਤੁਲਸਾ ਦਾਸੀ ਨੂੰ ਥਾਂ ਪ੍ਰਾਪਤ ਹੋਈ। ਦੋਹਰਾ ਸ੍ਰੀ ਗੁਰ ਪਗ ਦੀਪਕ ਸਰਸਾ, ਧਰ ਕਰ ਹਿਰਦੇ ਨਕੇਤ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਪਾਵਨ ਪਵਿੱਤਰ ਚਰਨ ਕਮਲ ਰੂਪੀ ਦੀਪਕ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਧਰ ਕਰਕੇ, ਜੁਗਤ ਖੋਜ ਉਚਰੋ ਕਥਾ, ਸ੍ਰੀ ਬੇਦੀ ਕੁਲ ਕੇਤ। ਔਰ ਯੁਕਤੀ ਸਹਿਤ, ਖੋਜ ਸਹਿਤ, ਯੁਕਤੀ ਸਹਿਤ ਮੈਂ ਖੋਜ ਕਰਕੇ, ਮੈਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਦੀ ਕੁਲ ਕੀਤਾ, ਮੈਂ ਉਹਨਾਂ ਦੇ ਜੀਵਨ ਦੀ ਕਥਾ ਸੰਗਤ ਜੀਓ ਲਿਖਦਾ ਹਾਂ, ਆਪ ਨਾਲ ਸਾਂਝੀ ਕਰਦਾ ਹਾਂ। ਭਾਈ ਸੰਤੋਖ ਸਿੰਘ ਜੀ ਇਹ ਬੋਲ ਲਿਖ ਰਹੇ ਹਨ, ਜਿਨੇ ਵੀ ਉਸ ਵਕਤ ਦੇ ਹਾਲਾਤ ਸਨ, ਕਵੀ ਜੀਆਂ ਨੇ ਉਹਨਾਂ ਨੂੰ ਖੋਜ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕਥਾ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮੁਬਾਰਕ ਜੀਵਨ ਦੀਆਂ ਇਹ ਸਾਖੀਆਂ ਨੂੰ ਅੰਕਿਤ ਉਹਨਾਂ ਨੇ ਕੀਤਾ। ਯੁਕਤੀ ਸਹਿਤ, ਖੋਜ ਕਰਕੇ, ਪ੍ਰੇਮ ਸਹਿਤ ਕਹਿੰਦੇ ਮੈਂ ਲਿਖਦਾ ਹਾਂ। ਚੌਪਈ ਕਾਛੁਕ ਅਹੈ ਮਨ ਸੁਖ ਬਿਰਤੰਤੇ, ਸਾਧ ਸੰਗਤ ਜੀਓ ਕੁਝ ਇੱਕ ਬਿਰਤੰਤ ਭਾਈ ਮਨ ਸੁਖ ਜੀ ਦਾ ਹੈ। ਸੋ ਸੁਣੀਏ ਸ੍ਰੀ ਗੁਰ ਜਸਵੰਤੇ, ਉਹ ਗੁਰੂ ਦਾ ਜਸ ਕਰਨ ਵਾਲਾ ਹੈ ਭਾਈ, ਉਹ ਤੁਸੀਂ ਕਥਾ ਸੁਣੋ। ਗਇਓ ਸੰਗਲਾ ਦੀਪ ਸੋ ਜਹਵੈ, ਜਿਹੜੀ ਥਾਂ ਤੇ ਸੰਗਲਾ ਦੀਪ ਟਾਪੂ, ਕਹਿੰਦੇ ਭਾਈ ਮਨਸੁਖ ਜੀ ਉੱਥੇ ਪਹੁੰਚੇ ਹਨ। ਨਗਰ ਸੁਰ ਮਨ ਥੋ ਇਕ ਤਹਿਵੈ, ਉਹ ਨਗਰ ਦੇ ਅੰਦਰ ਬੜਾ ਜਿਹੜਾ ਸ਼੍ਰੋਮਣੀ ਨਗਰ, ਭਾਵ ਵੱਡਾ ਨਗਰ, ਵਧੀਆ ਨਗਰ, ਔਰ ਸਰਵ ਪੱਖ ਤੋਂ ਜੋ ਸ਼੍ਰੋਮਣੀ ਨਗਰ ਸੀ। ਧਨੀ ਲੋਕ ਜਹ ਬਸਤ ਅਪਾਰਾ, ਜਿਹੜੀ ਥਾਂ ਤੇ ਜਿਨ੍ਹਾਂ ਬੜੇ ਧਨਾੜ ਲੋਕ ਜਿਹੜੇ ਨਗਰ ਦੇ ਅੰਦਰ ਵਸਦੇ ਸਨ, ਬੜੇ ਹੀ ਅਮੀਰ ਲੋਕ, ਬਹੁ ਸੁੰਦਰ ਜਿਹ ਰਚੇ ਬਾਜ਼ਾਰਾ, ਜਿਹੜੀ ਥਾਂ ਤੇ ਬੜੇ ਸੁੰਦਰ ਬਾਜ਼ਾਰ ਆਦ ਰਚੇ ਹੋਏ ਸਨ। ਮਨ ਸੁਖ ਲੈ ਬਨਜ ਨਿਜ ਸਗਰਾ, ਭਾਈ ਮਨਸੁਖ ਜੀਆਂ ਨੇ ਜਹਾਜ਼ ਦੇ ਉੱਪਰ ਜਿੰਨਾ ਵੀ ਸੌਜ ਸਮਾਨ ਬਣਜ ਇਤਿਆਦਿਕ ਉਹਨਾਂ ਲੱਦਿਆ ਹੋਇਆ, ਪ੍ਰਾਪਤ ਭਇਓ ਜਾਏ ਤੇਹ ਨਗਰਾ। ਔਰ ਇੱਕ ਥਾਂ ਤੋਂ ਉਹਨਾਂ ਨੇ ਸੌਜ ਸਮਾਨ ਵੇਚ ਦੇਣਾ, ਇੱਕ ਥਾਂ ਤੋਂ ਲੈ ਕੇ ਢੋ ਲੈਣਾ। ਭਾਈ ਮਨਸੁਖ ਜੀ ਦਾ ਇਹ ਕਾਰਜ ਸੀ, ਵਪਾਰ ਦਾ ਵੱਡਾ ਕਾਰਜ ਸੀ। ਉਸ ਨਗਰ ਦੇ ਅੰਦਰ ਪਹੁੰਚੇ ਹਨ। ਉਤੋਂ ਜਹਾਂ ਸਿਵ ਨਾਭ ਭਵਾਲਾ, ਸਾਧ ਸੰਗਤ ਜੀਓ ਉਸ ਥਾਂ ਤੇ ਸ਼ਿਵ ਨਾਭ, ਉਸ ਨਗਰੀ ਦਾ ਜਿਹੜਾ ਰਾਜਾ ਸੀ, ਉਹਦਾ ਨਾਮ ਸ਼ਿਵ ਨਾਭ ਸੀ। ਕਰਮ ਧਰਮ ਮਹਿ ਚਲਤ ਵਿਸਾਲਾ, ਔਰ ਉਹ ਵੀ ਕਰਮ ਧਰਮ ਦੇ ਅੰਦਰ ਬੜਾ ਜਿਹੜਾ ਪਰਪੱਕ, ਸਾਲ ਗ੍ਰਾਮ ਉਪਾਸਨ ਰਾਖੈ। ਉਹ ਸਾਲਗ੍ਰਾਮ ਦੀ ਪੂਜਾ ਕਰਦਾ ਸੀ, ਪੱਥਰ ਦੀ ਉਹ ਪੂਜਾ ਕਰਦਾ ਸੀ। ਮ੍ਰਤ ਇਕਾਦਸੀ ਕਰ ਅਬਿਲਾਖੈ, ਔਰ ਉਹਨੇ ਇਕਾਦਸ਼ੀ ਦਾ ਵਰਤੀ ਵੀ ਸੀ। 10ਵੀਂ ਤੋਂ ਬਾਅਦ ਇਕਾਦਸ਼ੀ 11ਵੀਂ ਨੂੰ ਜੋ ਵਰਤ ਰੱਖਦੇ ਹਨ ਸਨਾਤਨ ਮਤ ਵਾਲੇ ਵੀਰ, ਜਿਹੜਾ ਬੜਾ ਉਹਨਾਂ ਦਾ ਮਹਾਤਮ ਉਹਨਾਂ ਵਿੱਚ। ਇਸੇ ਪ੍ਰਕਾਰ ਨਾਲ ਰਾਜਾ ਸਾਲਗ੍ਰਾਮ ਦੀ ਪੂਜਾ ਕਰਦਾ ਸੀ ਔਰ ਇਕਾਦਸ਼ੀ ਦਾ ਵਰਤੀ ਸੀ। ਸਰਬ ਨਗਰ ਨਰ ਰਹਿਤ ਅਨਸਨਾ, ਔਰ ਸਾਰਾ ਨਗਰ ਹੀ ਕੱਲਾ ਆਪ ਨਹੀਂ, ਉਹਨੇ ਹੁਕਮ ਦੇ ਰੱਖਿਆ ਸੀ ਸਾਰੇ ਨਗਰ ਨੂੰ ਵੀ ਸਾਰਾ ਨਗਰ ਇਕਾਦਸ਼ੀ ਦਾ ਵਰਤੀ ਹੋਵੇਗਾ। ਉਸ ਦਿਨ ਕਿਸੇ ਦੇ ਵੀ ਚੁੱਲ੍ਹੇ ਦੇ ਵਿੱਚੋਂ ਅੱਗ ਧੂਆਂ ਨਹੀਂ ਉੱਠਣਾ ਚਾਹੀਦਾ।
ਭਾਵ ਕਿਸੇ ਦੇ ਘਰ ਦੇ ਅੰਦਰ ਭੋਜਨ ਪ੍ਰਸ਼ਾਦ ਨਹੀਂ ਪੱਕਣਾ ਚਾਹੀਦਾ ਇਕਾਦਸ਼ੀ ਵਾਲੇ ਦਿਨ। ਭਾਵ ਸਾਰਾ ਨਗਰ ਹੀ ਭਾਵ ਇਕਾਦਸ਼ੀ ਦਾ ਵਰਤ ਰੱਖੇਗਾ। ਤਿਹ ਦਿਨ ਕੋਇ ਨ ਕਰਹੀ ਅਸਨਾਨ, ਕੋਈ ਵੀ ਭੋਜਨ ਪ੍ਰਸ਼ਾਦ ਨਾ ਛਕੇ ਇਕਾਦਸ਼ੀ ਵਾਲੇ ਦਿਨ। ਭਾਨ ਉਦੇ ਤੇ ਕਰਹਿ ਸਨਾਨਾ, ਔਰ ਸੂਰਜ ਚੜ੍ਹੇ ਹੀ ਇਸ਼ਨਾਨ ਕਰਨਾ ਹੈ। ਕਿਸੇ ਨੇ ਵੀ ਭਾਵ ਪਹਿਲਾਂ ਇਸ਼ਨਾਨ ਪਾਰ ਨਹੀਂ ਕਰਨਾ। ਤਿਲਕ ਲਗਾਵਹਿ ਤਨ ਬਿਦ ਨਾਨਾ, ਔਰ ਨਾਨਾ ਪ੍ਰਕਾਰ ਦੇ ਉਹਨੇ ਤਿਲਕ ਲਗਾਉਣੇ ਰਾਜਾ ਸ਼ਿਵ ਨਾਭ ਨੇ। ਔਰ ਕਈ ਪ੍ਰਕਾਰ ਦੇ ਉਹਨੇ ਭਾਵ ਸਾਧ ਸੰਗਤ ਜੀਓ ਸਾਲਗ੍ਰਾਮ ਦੀ ਪੂਜਾ ਕਰਨੀ, ਵਰਤ ਰੱਖਣੇ, ਔਰ ਨਾਨਾ ਪ੍ਰਕਾਰ ਦੇ ਨਾਲ ਕਈ ਪ੍ਰਕਾਰ ਦੇ ਨਾਲ ਤਿਲਕ ਲਾਉਣੇ। ਅਸ ਪ੍ਰਕਾਰ ਕੀ ਰੀਤ ਨਿਰਦੇਸ਼ਾ, ਔਰ ਇਸ ਪ੍ਰਕਾਰ ਦੀ ਉਹਨੇ ਰੀਤ ਆਪ ਵੀ ਕੀਤੀ ਤੇ ਹੋਰਨਾਂ ਨੂੰ ਕਰਨ ਦਾ ਬਚਨ ਕੀਤਾ। ਆਪ ਕਰਹਿ ਕੇ ਦੇਸ ਨਿਰਦੇਸ਼ਾ, ਔਰ ਆਪ ਵੀ ਕੀਤਾ, ਦੂਜਿਆਂ ਨੂੰ ਹੁਕਮ ਕੀਤਾ ਵੀ ਤੁਸੀਂ ਵੀ ਇਸੇ ਪ੍ਰਕਾਰ ਨਾਲ ਚੱਲਣਾ। ਜਿਹੜਾ ਮੇਰਾ ਧਰਮ ਹੈ ਸਾਰੀ ਨਗਰੀ ਦਾ ਵੀ ਸਾਰੇ ਲੋਕਾਂ ਦਾ ਵੀ ਉਹ ਹੀ, ਮੇਰੇ ਦੇਸ਼ ਦਾ ਵੀ ਉਹ ਧਰਮ ਹੋਵੇਗਾ। ਤੇਹ ਪਰ ਵਿਸਿਓ ਮਨ ਸੁਖ ਜਾਈ, ਔਰ ਉਸੇ ਨਗਰੀ ਅੰਦਰ ਭਾਈ ਮਨਸੁਖ ਜੀ ਵਪਾਰ ਵਾਸਤੇ ਚਲੇ ਗਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਭਾਈ ਮਨਸੁਖ ਜੀ ਸਾਧ ਸੰਗਤ ਜੀਓ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੇਲ ਹੋਇਆ। ਮਲਸੀਆਂ ਨਗਰ ਜੋ ਕੋਲ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਕੋਲ ਇੱਕ ਕਸਬਾ ਹੈ, ਉਥੋਂ ਦਾ ਇਹ ਵਾਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਜੋ ਮਹਾਰਾਜ ਜੀਆਂ ਤੋਂ ਸਿੱਖਿਆ ਲੈ ਕੇ ਵੱਖ-ਵੱਖ ਥਾਵਾਂ ਤੇ ਭਾਈ ਮਨਸੁਖ ਜੀ ਗਏ। ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦਾ ਭੋਰਾ ਸੀ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸਿੱਖਿਆ ਲੈ ਕੇ ਜੋ ਤੁਰਿਆ ਹੋਇਆ ਹੈ, ਜੋ ਸਿੰਗਲਾ ਦੇਵ ਦੀ ਧਰਤੀ ਤੇ ਪਹੁੰਚਿਆ। ਸਰਬ ਵਣਜ ਕੀ ਸੌਜ ਲਵਾਈ, ਔਰ ਸਰਬ ਧਰਮ ਕੀ ਜਿੰਨਾ ਵੀ ਇਹਦੇ ਕੋਲ ਸਾਜੋ ਸਮਾਨ ਸੀ। ਡੇਰਾ ਕੀਨ ਥਾਏ ਸੁਭ ਦੇਖੀ, ਔਰ ਇੱਕ ਸ਼ੁਭ ਥਾਂ ਤੇ ਜਾ ਕੇ ਇਹਨਾਂ ਨੇ ਭਾਈ ਮਨਸੁਖ ਜੀਆਂ ਨੇ ਡੇਰਾ ਕੀਤਾ। ਜਿਸ ਮਹਿ ਸਿੱਖੀ ਰੀਤ ਵਿਸੇਖੀ, ਔਰ ਜਿਨ੍ਹਾਂ ਅੰਦਰ ਇੱਕ ਵੱਡੀ ਰੀਤ ਭਾਵ ਸਿੱਖਿਆ ਸੀ। ਸ੍ਰੀ ਨਾਨਕ ਜਿਉ ਆਇਸ ਪ੍ਰਾਹੀ, ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਆਇਸ ਆਗਿਆ ਸੀ, ਜੋ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਿਰਾਲੇ ਪੰਥ ਦੀ ਸਿੱਖਿਆ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋ ਬਚਨ ਕੀਤੇ ਸਨ, ਨਿਤ ਬ੍ਰਤ ਕਰਹਿ ਤਿਉ ਨਰ ਨਿਰਵਾਹੀ, ਔਰ ਉਸੇ ਤਰ੍ਹਾਂ ਹੀ ਭਾਈ ਮਨਸੁਖ ਜੀ ਤਥਾ ਨਾਲ ਦੇ ਉਹਦੇ ਸੇਵਕ ਉਸੇ ਤਰ੍ਹਾਂ ਹੀ ਆਪਣਾ ਨਿਰਵਾਹ ਕਰ ਰਹੇ ਸਨ। ਸਵਾ ਜਾਮ ਨਿਸ ਕਰਹਿ ਸਨਾਨਾ, ਔਰ ਸਵਾ ਪਹਿਰ ਰਾਤ ਰਹਿੰਦਿਆਂ ਇਹਨਾਂ ਉੱਠ ਕੇ ਇਸ਼ਨਾਨ ਪਾਣ ਕਰਨਾ, ਜੋ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਸਨ। ਇਕ ਮਨ ਕਰਹਿ ਕੀਰਤਨ ਗਾਨਾ, ਔਰ ਇੱਕ ਮਨ ਹੋ ਕਰਕੇ ਗੁਰੂ ਦੀ ਕੀਰਤੀ ਇਹਨਾਂ ਨੇ ਗਾਇਨ ਕਰਨੀ। ਭਾਈ ਮਨਸੁਖ ਜੀ ਨੇ ਗੁਰ ਕੇ ਸ਼ਬਦ ਅਦਕ ਲਿਖ ਲੀਨੇ, ਔਰ ਇਹਨਾਂ ਨੇ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਹੱਥੀਂ ਲਿਖੇ ਹੋਏ ਸਨ ਕਾਗਜ਼ ਉੱਪਰ। ਚਲੋ ਅੱਜ ਤਾਂ ਨਾਨਾ ਪ੍ਰਕਾਰ ਦੇ ਸਾਧ ਸੰਗਤ ਜੀਓ ਪੋਥੀ ਸਾਹਿਬ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ ਹੋ ਜਾਂਦੇ ਹਨ, ਪਰ ਪ੍ਰਾਤਨ ਸਮਿਆਂ ਦੇ ਅੰਦਰ ਸਾਧ ਸੰਗਤ ਜੀ ਜੋ ਗੁਰੂ ਕੇ ਪਿਆਰੇ ਆਪਣੇ ਕਲਮ ਦੇ ਨਾਲ ਗੁਰੂ ਕੀ ਪਾਵਨ ਪਵਿੱਤਰ ਬਾਣੀ ਦੇ ਬੋਲ ਲਿਖਦੇ ਸਨ, ਸ਼ਬਦ ਲਿਖਦੇ ਸਨ। ਭਾਈ ਮਨਸੁਖ ਜੀਆਂ ਨੇ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਜੀਆਂ ਦੀ ਗੁਰੂ ਕੀ ਪਾਵਨ ਪਵਿੱਤਰ ਬਾਣੀ ਨੂੰ ਕਾਗਜ਼ ਉੱਪਰ ਲਿਖਿਆ ਹੋਇਆ। ਪੜ੍ਹੈ ਪ੍ਰੇਮ ਕਰ ਚਿਤ ਹਿਤ ਦੀਨੇ, ਔਰ ਬੜੇ ਪ੍ਰੇਮ ਸਹਿਤ ਉਹਨਾਂ ਨੇ ਉਹਨਾਂ ਬੋਲਾਂ ਨੂੰ ਪ੍ਰੇਮ ਸਹਿਤ ਗੁਰੂ ਕੀ ਬਾਣੀ ਨੂੰ ਪੜ੍ਹਨਾ। ਭੋਰ ਭਈ ਪੰਚਾਮ੍ਰਿਤ ਕਰਕੇ, ਔਰ ਸਵੇਰ ਭਾਵ ਹੋਣ ਤੋਂ ਫਿਰ ਬਾਅਦ ਉਹਨਾਂ ਨੇ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਭਾਈ ਮਨਸੁਖ ਜੀ ਨੇ ਤਿਆਰ ਕਰਨੀ। ਕਿੱਥੇ? ਸਿੰਗਲਾਦੀਪ ਦੀ ਧਰਤੀ ਤੇ। ਉਹਨਾਂ ਨੇ ਅੰਮ੍ਰਿਤ ਵੇਲੇ ਭਾਵ ਉੱਠ ਕੇ ਇਸ਼ਨਾਨ ਪਾਣ ਕਰਕੇ ਗੁਰੂ ਕੀ ਬਾਣੀ ਹਰ ਜਸ ਕੀਰਤਨ ਕਰਕੇ ਉਸ ਤੋਂ ਬਾਅਦ ਫਿਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ। ਕਰ ਅਰਦਾਸ ਭਾਉ ਉਰ ਧਰਕੈ, ਔਰ ਅਰਦਾਸ ਪ੍ਰੇਮ ਸਹਿਤ ਅਰਦਾਸ ਕਰਨੀ। ਨਿਕਟ ਨਰਨ ਸਭ ਹੀ ਕੋ ਦੋ ਹੈ, ਔਰ ਜਿੰਨੇ ਵੀ ਕੋਲ ਹੋਣੇ, ਕਿਉਂਕਿ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਆਗਿਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਭਾਈ ਸਾਰਿਆਂ ਨੇ ਕੋਲ ਜਿਤਨੇ ਵੀ ਨੇ ਵੰਡ ਕੇ ਛਕਣਾ ਹੈ।
ਔਰ ਜਦੋਂ ਕੜਾਹ ਪ੍ਰਸ਼ਾਦ ਵਰਤਾਉਣਾ, ਜਿੱਥੇ ਆਪਣਿਆਂ ਨੇ ਉਹਨਾਂ ਜਿਹੜੇ ਨਗਰ ਦੇ ਵਿੱਚੋਂ ਹੋਰ ਸਨ ਉਹਨਾਂ ਨੂੰ ਵੀ ਆਵਾਜ਼ਾਂ ਦੇ ਕੇ ਬੁਲਾ ਕਰਕੇ ਉਹਨਾਂ ਨੂੰ ਵੀ ਛਕਾ ਦੇਣਾ। ਬਹਰੋ ਆਪ ਉਚਹ ਕਰ ਲਕੈ ਔਰ ਫਿਰ ਬਾਅਦ ਵਿੱਚ ਆਪ ਛਕਣਾ ਲੰਗਰ ਪ੍ਰਸ਼ਾਦ। ਅਸ ਪ੍ਰਕਾਰ ਨਿਤਨੇਮ ਨਿਵਾਹੈ। ਔਰ ਇਸ ਪ੍ਰਕਾਰ ਇਹ ਜਿਹੜਾ ਨੇਮ ਸੀ ਭਾਈ ਮਨਸੁਖ ਜੀਆਂ ਨੇ ਨਿਤਾ ਪ੍ਰਤ ਨਿਭਾਇਆ। ਵਣਜ ਕਰੈ ਪੁਨ ਪਾਵਤ ਲਾਹੈ। ਔਰ ਆਪਣਾ ਇਹ ਵਣਜ ਕਰਦੇ ਹਨ ਔਰ ਵੱਡਾ ਲਾਭ ਪ੍ਰਾਪਤ ਕਰਦੇ ਹਨ। ਸੰਧਿਆ ਹੋਏ ਤਬ ਹੈ ਗੁਰਬਾਣੀ। ਔਰ ਇਸੇ ਤਰ੍ਹਾਂ ਜਦੋਂ ਸ਼ਾਮ ਦਾ ਵੇਲਾ ਹੋਣਾ, ਸੰਧਿਆ ਦਾ ਵੇਲਾ ਹੋਣਾ, ਪੜ ਹੈ ਪ੍ਰੀਤ ਕਰ ਕੈ ਸੁਖ ਸਾਨੀ। ਔਰ ਬੜੀ ਪ੍ਰੇਮ ਪ੍ਰੀਤ ਦੇ ਨਾਲ ਇਹਨਾਂ ਨੇ ਭਾਈ ਮਨਸੁਖ ਜੀ ਨੇ ਗੁਰੂ ਕੀ ਬਾਣੀ ਪੜ੍ਹਨੀ। ਸ੍ਰੀ ਨਾਨਕ ਕੀ ਮੂਰਤ ਧਿਆਨਾ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਮੂਰਤ ਦਾ ਧਿਆਨ ਧਰ ਕੇ ਦੋਨੋਂ ਕਾਲ ਤਰਹਿ ਦੁਖ ਹਾਨਾ। ਸਤਿਗੁਰੂ ਜੀਆਂ ਦੇ ਸਰੂਪ ਨੂੰ ਹਿਰਦੇ ਅੰਦਰ ਧਰ ਕੇ ਦੋਵੇਂ ਕਾਲ ਯਾਦ ਕਰਨਾ ਤਥਾ ਦੁਖਾਂ ਤੋਂ ਨਿਵਰਤੀ ਹਾਸਲ ਕਰਨੀ। ਇਸ ਕੀ ਰੀਤ ਦੇਖ ਨਰ ਪੁਰਕੇ। ਆ ਜਦੋਂ ਹੁਣ ਨਗਰ ਦੇ ਲੋਕਾਂ ਨੇ ਆਣ ਕੇ ਵੇਖਿਆ ਵੀ ਆਹ ਕੌਣ ਹੈ, ਅਗਾਂ ਤਾਂ ਪਹਿਲਾਂ ਤਾਂ ਅਜਿਹਾ ਵੇਖਿਆ ਨਹੀਂ ਸੀ। ਉਹਨਾਂ ਨੇ ਇਸ ਭਾਈ ਮਨਸੁਖ ਜੀਆਂ ਵੱਲੇ ਤੱਕ ਕੇ, ਉਹਨਾਂ ਦੀ ਨਿਰਾਲੀ ਰੀਤ ਤੱਕ ਕੇ, ਉਹਨਾਂ ਵੱਲੇ ਵੇਖ ਕਰਕੇ ਤਰਕਤ ਮੂੜ ਅਸੋਇਆ ਕਰਕੈ। ਹਿਰਦੇ ਅੰਦਰ ਬੜੀ ਤਰਕਨਾ ਕਰਦੇ ਹਨ, ਬੜੇ ਭਾਈ ਮਨਸੁਖ ਜੀਆਂ ਤੋਂ ਬੜੀ ਈਰਖਾ ਕਰਦੇ ਹਨ। ਹਿਰਦੇ ਅੰਦਰ ਕਹਿੰਦੇ ਨੇ ਵੀ ਇਹ ਕੌਣ ਹੈ, ਕਿਹੜੇ ਦੇਸ਼ ਤੋਂ ਆਇਆ ਹੈ, ਕਿੱਥੋਂ ਹੈ, ਸਾਡੀ ਤਾਂ ਐਸੀ ਕੋਈ ਰੀਤ ਹੈ ਹੀ ਨਹੀਂ। ਮੁਖ ਸੋ ਹਸਹਿ ਬਚਨ ਕਹਿ ਨਿੰਦ ਹੈ। ਉਹ ਮੁੱਖੋਂ ਹੱਸਦੇ ਹਨ, ਬੜੇ ਨਿੰਦਾ ਭਰੇ ਬੋਲ ਭਾਈ ਮਨਸੁਖ ਜੀ ਦੀ ਪ੍ਰਥਾਈ ਕਹਿੰਦੇ ਹਨ। ਮਾਰਗ ਕੀ ਗਤ ਨਹਿ ਬਿੰਦ ਹੈ। ਔਰ ਉਹਨਾਂ ਨੂੰ ਅਸਲ ਵਿੱਚ ਸ਼ੁਭ ਮਾਰਗ ਦਾ ਪਤਾ ਹੀ ਨਹੀਂ ਉਹਨਾਂ ਨੂੰ, ਕਿਉਂਕਿ ਜਿਹੜਾ ਹੁਣ ਉਹਨਾਂ ਨੂੰ ਧਰਮ ਉਹਨਾਂ ਲੋਕਾਂ ਦੇ ਉੱਪਰ ਰਾਜੇ ਨੇ ਥੋਪ ਦਿੱਤਾ, ਕਹਿ ਦਿੱਤਾ ਵੀ ਇਹ ਫਲਾਣਾ ਫਲਾਣਾ ਕੰਮ ਕਰਨਾ ਹੈ, ਤੁਸਾਂ ਨੇ ਉਹ ਕਰਦੇ ਹਨ। ਜਦੋਂ ਭਾਈ ਮਨਸੁਖ ਜੀਆਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲੇ ਹਨ, ਭਾਈ ਮਨਸੁਖ ਜੀਆਂ ਦੇ ਕਾਰਜ ਵੇਖ ਕੇ ਉਹ ਲੋਕ ਨਿੰਦਾ ਕਰਨ ਲੱਗੇ। ਕੋਈ ਆਪਾਂ ਨੂੰ ਕੋਈ ਜੀਵਨ ਦੇ ਅੰਦਰ ਕੋਈ ਗਲਤੀ ਹੋ ਜਾਏ, ਬਾਣੀ ਪੜ੍ਹਦਿਆਂ ਉਚਾਰਨ ਗਲਤ ਹੋ ਜਾਏ ਤੇ ਕੋਈ ਪ੍ਰੇਮ ਸਹਿਤ ਆ ਕੇ ਕਵੇ ਭਾਈ ਸਾਹਿਬ ਬਾਣੀ ਦਾ ਉਚਾਰਨ ਇਸ ਪ੍ਰਕਾਰ ਨਹੀਂ, ਇਸ ਪ੍ਰਕਾਰ ਠੀਕ ਲੱਗਦਾ ਹੈ। ਸਾਧ ਸੰਗਤ ਜੀਓ, ਚੱਲਦਿਆਂ ਹੋਇਆਂ ਕਿਤੇ ਰਸਤਾ ਗਲਤ ਹੋ ਜਾਏ ਤੇ ਕੋਈ ਆਪਾਂ ਨੂੰ ਰਸਤਾ ਦੱਸ ਦਵੇ, ਆਪਾਂ ਉਹਦਾ ਧੰਨਵਾਦ ਕਰਨੇ ਆ ਵੀ ਪੁਰਖਾ ਤੇਰਾ ਧੰਨਵਾਦ ਹੈ, ਨਹੀਂ ਤਾਂ ਮੈਨੂੰ ਗੇੜਾ ਬੜਾ ਪੈ ਜਾਣਾ ਸੀ, ਤੇਰਾ ਧੰਨਵਾਦ ਤੂੰ ਮੈਨੂੰ ਰਸਤਾ ਦੱਸਿਆ ਹੈ। ਤੇ ਜਦੋਂ ਕੋਈ ਸਾਨੂੰ ਕੋਈ ਰਸਤਾ ਦੱਸੇ, ਕਈ ਵਾਰ ਆਪਾਂ ਖਿਝ ਪੈਂਦੇ ਹਾਂ, ਲੜ ਪੈਂਦੇ ਹਾਂ। ਮਹਾਰਾਜ ਜੀ ਤਾਂ ਕਹਿੰਦੇ ਭੁੱਲੇ ਮਾਰਗ ਜੋਤ ਸੇ, ਜਿਹੜਾ ਮੈਨੂੰ ਭੁੱਲੇ ਹੋਏ ਨੂੰ ਮਾਰਗ ਪਾ ਦਵੇ, ਮੈਂ ਉਹਦੇ ਚਰਨੀ ਲੱਗਾ, ਮੈਂ ਉਹਦੇ ਚਰਨਾਂ ਨੂੰ ਸਪਰਸ਼ ਕਰਾਂ। ਜਿਹੜਾ ਮੈਨੂੰ ਭੁੱਲੇ ਹੋਏ ਨੂੰ ਜੋ ਮਾਰਗ ਦੇ ਉੱਪਰ ਪਾ ਦਵੇ, ਮੈਂ ਉਹਦੇ ਮੁਬਾਰਕ ਚਰਨ ਕਮਲਾਂ ਨੂੰ ਪਰਸਾਂ। ਹੁਣ ਭਾਈ ਮਨਸੁਖ ਜੀ ਆਪਣਾ ਕਾਰਜ ਕਰ ਰਹੇ ਹਨ, ਜਿਵੇਂ ਹਰਿਦੁਆਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਗੰਗਾ ਘਾਟ ਤੇ ਹੋਇਆ, ਹੱਸਣ ਲੱਗੇ ਸਨ ਮਹਾਰਾਜ ਜੀਆਂ ਉੱਪਰ, ਭਾਈ ਮਨਸੁਖ ਜੀ ਦੇ ਉੱਪਰ। ਸਾਧ ਸੰਗਤ ਜੀਓ, ਇਸ ਪ੍ਰਕਾਰ ਲੋਕ ਹੱਸਣ ਲੱਗੇ। ਹਿੰਦ ਕਹਾਵੈ ਧਰਮ ਵਿਹੀਨਾ। ਹਿੰਦ ਕਹਾਉਂਦਾ ਹਿੰਦੂ ਹੈ ਤੇ ਧਰਮ ਇਹਦਾ ਵੇਖੋ ਕਿਹੜਾ ਹੈ। ਪੂਜਾ ਬ੍ਰਤ ਨੇਮ ਤੇ ਖੀਨਾ। ਪੂਜਾ ਤੋਂ, ਵਰਤਾਂ ਤੋਂ ਇਹ ਖੀਨਾ ਭਾਵ ਖਾਲੀ ਹੈ। ਸਾਲਗ੍ਰਾਮ ਨ ਸੇਵਾ ਕਰਹੀ। ਇਹ ਸਾਲਗ੍ਰਾਮ ਦੀ ਵੀ ਸੇਵਾ ਨਹੀਂ ਕਰਦਾ, ਪੱਥਰ ਦਾ ਵੀ ਭਾਵ ਇਹ ਪੂਜਨ ਨਹੀਂ ਕਰਦਾ। ਮਸਤਕ ਵਿਖੈ ਤਿਲਕ ਨਹਿ ਧਰਹੀ। ਔਰ ਮੱਥੇ ਦੇ ਉੱਪਰ ਇਹ ਕਿਸੇ ਪ੍ਰਕਾਰ ਦਾ ਕੋਈ ਤਿਲਕ ਪੀ ਨਹੀਂ ਲਾਉਂਦਾ। ਸਗਰੇ ਨਗਰ ਪ੍ਰਗਟ ਸੁਧ ਹੋਈ। ਹੁਣ ਇੱਕ ਬੰਦੇ ਨੂੰ ਪਤਾ ਲੱਗਾ, ਇੱਕ ਗਲੀ ਵਿੱਚ ਪਤਾ ਲੱਗਾ, ਇੱਕ ਮਹੱਲੇ ਵਿੱਚ ਪਤਾ ਲੱਗਾ, ਹੌਲੀ ਹੌਲੀ ਕਰਦਿਆਂ ਇਹ ਜਿਹੜੀ ਗੱਲ ਸੀ ਸਾਰੇ ਨਗਰ ਵਿੱਚ ਫੈਲ ਗਈ। ਸਾਰੇ ਪਾਸੇ ਇਹ ਗੱਲ ਫੈਲ ਗਈ ਵੀ ਕੋਈ ਆਇਆ ਹੈ ਨਗਰ ਦੇ ਅੰਦਰ ਵਪਾਰ ਕਰਨ ਦੇ ਵਾਸਤੇ, ਤੇ ਉਹਦਾ ਧਰਮ ਉਹ ਏਦਾਂ ਕਰਦਾ ਹੈ, ਆ ਫਲਾਣਾ ਫਲਾਣਾ ਉਹਦਾ ਕੰਮ ਹੈ। ਧਰਮ ਭ੍ਰਿਸ਼ਟ ਇਹ ਬਨੀਆ ਕੋਈ। ਇਹ ਕੋਈ ਧਰਮ ਭ੍ਰਿਸ਼ਟ ਹੋਇਆ ਹੈ ਇਸ ਬਾਣੀਏ ਦਾ। ਵਪਾਰੀ ਆਇਆ ਹੈ ਵਪਾਰ ਕਰਨ ਵਾਸਤੇ, ਪਰ ਇਹਦਾ ਧਰਮ ਹੀ ਕੋਈ ਨਹੀਂ, ਇਹਦਾ ਧਰਮ ਜਿਹੜਾ ਹੈ ਉਹ ਭ੍ਰਿਸ਼ਟਿਆ ਹੋਇਆ ਹੈ। ਭੂਪਤ ਕੇ ਢਿਗ ਜਾਏ ਸੁਨਾਇਓ। ਜਾ ਕੇ ਚੁਗਲਖੋਰਾਂ ਨੇ ਚੁਗਲੀ ਕਰ ਦਿੱਤੀ ਰਾਜੇ ਦੇ ਕੋਲ।
ਭਾਈ ਮਨਸੁਖ ਜੀ ਦੇ ਬਾਬਤ ਉਹਨਾਂ ਜਾ ਕੇ ਸ਼ਿਕਾਇਤ ਕਰ ਦਿੱਤੀ। ਸਿੰਧ ਪਾਰ ਤੇ ਸ਼ਾਹੇ ਇੱਕ ਆਇਓ, ਕਹਿੰਦੇ ਸਿੰਧ ਪਾਰ ਤੋਂ, ਦਰਿਆ ਪਾਰ ਤੋਂ, ਸਮੁੰਦਰ ਪਾਰ ਤੋਂ ਕੋਈ ਇੱਕ ਵਪਾਰੀ ਆਇਆ ਹੈ। ਹਿੰਦੂ ਧਰਮ ਨਾ ਕੋ ਤਿਹ ਮਾਹੀ, ਉਹਦੇ ਵਿੱਚ ਤਾਂ ਹਿੰਦੂ ਧਰਮ ਕੋਈ ਹੈ ਹੀ ਨਹੀਂ, ਕੋਈ ਉਹਦੀ ਹਿੰਦੂ ਧਰਮ ਵਾਲੀ ਰੀਤ ਹੀ ਕੋਈ ਨਹੀਂ। ਜਗ ਤੇ ਨਈ ਦੀਤ ਕੋ ਰਾਹੀ, ਉਹ ਤਾਂ ਨਵੀਂ ਰੀਤ ਚੁੱਕੀ ਫਿਰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਇਹੋ ਕਾਰਜ ਪਹਿਲਾਂ ਸੀ, ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕਹੇ, ਨਾ ਕੋ ਹਿੰਦੂ ਨਾ ਮੁਸਲਮਾਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਨਿਰਾਲਾ ਨਵੇਕਲਾ ਪੰਥ, ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਰਸਤਾ ਦੱਸਿਆ, ਉਸ ਰਸਤੇ ਦਾ ਪਾਂਧੀ ਭਾਈ ਮਨਸੁਖ ਜੀ ਸਨ। ਕਹਿੰਦੇ ਜੀ ਸਿੰਧ ਪਾਰ ਤੋਂ ਕੋਈ ਆਇਆ ਹੈ, ਔਰ ਸਿੰਧ ਪਾਰ ਤੋਂ ਆਏ ਹੋਏ ਅੰਦਰ ਉਹਦਾ ਇੱਕ ਵੀ ਜਿਹੜਾ ਕੋਈ ਐਸਾ ਗੁਣ ਇਤਿਆਦਕ ਜੋ ਬਣੀਆਂ ਆਪਣਾ ਹਿੰਦੂ ਧਰਮ ਦੇ ਅੰਦਰ ਹਨ ਗੁਣ, ਉਹ ਨਹੀਂ ਹਨ। ਸੁਨੀ ਭੂਪ ਔਰ ਆਚਰਜ ਧਾਰਾ, ਹੁਣ ਰਾਜੇ ਨੇ ਇੰਨੀ ਗੱਲ ਸੁਣ ਲਈ ਔਰ ਰਾਜਾ ਵੀ ਬੜਾ ਅਚਰਜ ਹੋਇਆ। ਮਨ ਸੁਖ ਕੋ ਪਠ ਮਨੁਜ ਹਕਾਰਾ, ਔਰ ਬੁਲਾ ਲਿਆ ਆਪਣੇ ਨੌਕਰ ਚਾਕਰ ਭੇਜੇ, ਸਿਪਾਹੀ ਭੇਜੇ, ਔਰ ਭਾਈ ਮਨਸੁਖ ਨੂੰ ਕੋਲ ਬੁਲਾਇਆ। ਏਕ ਨਲੇਰ ਰਜਤ ਪਣ ਸੰਗਾ, ਜਿਸ ਵਕਤ ਭਾਈ ਮਨਸੁਖ ਜੀ ਲੱਗੇ ਆਉਣ ਵੀ ਰਾਜੇ ਕੋਲ ਜਾਣਾ ਹੈ, ਉਸ ਥਾਂ ਤੇ ਵਪਾਰ ਕਰਨ ਹਿਤ ਆਏ ਹਾਂ, ਔਰ ਰਾਜੇ ਕੋਲ ਆਉਣ ਵਾਸਤੇ ਉਸ ਥਾਂ ਤੋਂ ਇੱਕ ਰਜਤ ਪਨ ਤੇ ਇੱਕ ਨਲੇਰ ਭਾਈ ਮਨਸੁਖ ਜੀ ਨੇ ਲਿਆ ਹੈ। ਗਇਓ ਸਾਹੋਲੇ ਭੇਟਨ ਸੰਗਾ, ਰਾਜੇ ਵਾਸਤੇ ਨਵੇਕਲੀ ਭੇਟ ਲੈ ਕੇ ਪਹੁੰਚੇ ਹਨ। ਜੇ ਭੂਪਤ ਕੋ ਬੰਧਨ ਕੀਨਾ, ਔਰ ਭੂਪਤ ਨੂੰ ਕਿਉਂਕਿ ਉੱਥੋਂ ਦਾ ਰਾਜਾ ਸੀ, ਔਰ ਉਸ ਥਾਂ ਤੇ ਜਾ ਕੇ ਉਹਨੂੰ ਨਮਸਕਾਰ ਕੀਤੀ। ਬੈਸ ਨਾਮ ਸ੍ਰੀ ਨਾਨਕ ਲੀਨਾ, ਔਰ ਬੈਠਣ ਲੱਗਿਆ ਨਾਮ ਲਿਆ, ਧੰਨ ਸ਼੍ਰੀ ਗੁਰੂ ਨਾਨਕ ਦੇਵ, ਧੰਨ ਸ਼੍ਰੀ ਗੁਰੂ ਨਾਨਕ ਦੇਵ। ਰਾਜੇ ਕੋਲ ਪਹੁੰਚ ਕੇ ਜਦੋਂ ਬਹਿਣ ਲੱਗੇ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਭਾਈ ਮਨਸੁਖ ਜੀਆਂ ਨੇ ਧਿਆਨ ਧਰਿਆ। ਬੂਝਤ ਭਾ ਰਾਜਾ ਤਿਹ ਸੰਗਾ, ਔਰ ਰਾਜੇ ਨੇ ਹੁਣ ਪੁੱਛ ਲਿਆ, ਹੁਣ ਜਿਵੇਂ ਰਾਜੇ ਕੋਲ ਜਿਹੜੀ ਸ਼ਿਕਾਇਤ ਗਈ ਹੈ ਉਹ ਰਾਜਾ ਹੁਣ ਨੇ ਨਿਬੇੜਨਾ ਤਾਂ ਹੈ। ਔਰ ਰਾਜਾ ਸ਼ਿਵ ਨਾਭ ਭਾਈ ਮਨਸੁਖ ਨੂੰ ਕਹਿਣ ਲੱਗਾ, ਹਿੰਦ ਕਹਾਵੈ ਧਰਮ ਹੈ ਭੰਗਾ, ਤੂੰ ਕਹਿੰਦੇ ਹਿੰਦੂ ਕਹਾਉਂਦਾ ਹੈ, ਧਰਮ ਤਾਂ ਤੂੰ ਭੰਗ ਕੀਤਾ ਹੋਇਆ, ਤੇਰੇ ਅੰਦਰ ਉਹ ਕੋਈ ਵੀ ਧਰਮੀ ਵਾਲਾ ਗੁਣ ਕੋਈ ਨਹੀਂ ਹੈ। ਮੱਜਨ ਪੂਜਾ ਬ੍ਰਤ ਨ ਕਰਈ, ਨਾ ਤੂੰ ਪੂਜਾ ਕਰਨਾ ਹੈ, ਨਾ ਤੂੰ ਕਾਦਸ਼ੀ ਦਾ ਵਰਤ ਰੱਖਦਾ ਹੈ, ਤੂੰ ਕਰਦਾ ਕੀ ਹੈ? ਸੰਜਮ ਨੇਮ ਤਿਲਕ ਨਹਿ ਧਰਈ, ਕੋਈ ਸੰਜਮ ਨਹੀਂ ਧਾਰਦਾ, ਤੂੰ ਕੋਈ ਤਿਲਕ ਨਹੀਂ ਲਾਉਂਦਾ, ਕਰ ਹੈ ਆਪਣੀ ਰੀਤ ਨਿਰਾਲੀ, ਤੂੰ ਆਪਣੀ ਨਵੇਕਲੀ ਰੀਤ ਤੋਰੀ ਹੈ। ਇਹ ਕਹਿ ਸਿਖ ਬਣ ਦੀਨ ਕੋ ਚਾਲੀ, ਤੈਨੂੰ ਪੁੱਠੀ ਸਿੱਖਿਆ ਕਿਸ ਨੇ ਦਿੱਤੀ ਹੈ? ਸਾਹ ਕਹੈ ਭੂਪਤ ਸੁਣ ਲੀਜੈ। ਹੁਣ ਸ਼ਾਹ ਜੀ ਦੀ ਵਾਰੀ ਆਈ, ਭਾਈ ਮਨਸੁਖ ਜੀ ਦੀ ਵਾਰੀ ਆਈ ਬਚਨ ਕਰਨ ਦੀ। ਏਕ ਕੋ ਤਰਕ ਨਾ ਮਨ ਮੈਂ ਕੀਜੈ, ਕਹਿੰਦੇ ਆਪਣੇ ਹਿਰਦੇ ਅੰਦਰ, ਪਹਿਲਾਂ ਮੇਰੀ ਬੇਨਤੀ ਸੁਣੋ, ਮੇਰੀ ਗੱਲ ਸੁਣੋ, ਹਿਰਦੇ ਅੰਦਰ ਇਹ ਕੁਤਰਕ ਨਾ ਕਰੋ। ਜਗਤ ਤਰੋਵਰ ਕੇ ਸਮਝਾਨੋ, ਜਗਤ ਨੂੰ ਇੱਕ ਰੁੱਖ ਦੇ ਸਮਾਨ ਜਾਣੋ, ਦੇਖ ਕੇ ਸਿਖਰ ਮੁਕਤ ਫਲ ਮਾਨੋ, ਔਰ ਉਹਦੇ ਮੁਕਤੀ ਦੇ ਉੱਪਰ ਮੁਕਤੀ ਭਾਵ ਲੱਗੀ ਹੋਈ ਹੈ। ਜਿਸ ਥਾਂ ਤੇ ਜੀਵ ਨੇ ਪਹੁੰਚਣਾ ਹੈ ਉਹ ਫਲ ਲੱਗਾ ਹੋਇਆ ਹੈ, ਮੁਕਤੀ ਰੂਪੀ ਫਲ ਜਗਤ ਦੇ ਸਿਖਰ ਦੇ ਉੱਪਰ। ਔਰ ਇਸ ਜਗਤ ਨੂੰ ਤੁਸੀਂ ਇੱਕ ਰੁੱਖ ਦੇ ਸਮਾਨ ਤੁਸੀਂ ਜਾਣੋ, ਤਾਂ ਕੋ ਲੈਣ ਹੇਤ ਦੁਇ ਪੰਥਾ। ਹੁਣ ਉਹ ਮੁਕਤੀ ਦਾ ਫਲ ਲੈਣ ਵਾਸਤੇ ਰਸਤੇ ਦੋ ਹਨ। ਉਸ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਨ ਵਾਸਤੇ ਉਸ ਰੁੱਖ ਤੋਂ ਦੋ ਰਸਤੇ ਹਨ। ਸਰਬ ਸੰਤ ਭਾਖਤ ਪੁਨ ਗ੍ਰੰਥਾ, ਔਰ ਇਹ ਗੱਲ ਕੋਈ ਇੱਕ ਨਹੀਂ, ਸਰਬ ਗ੍ਰੰਥ ਦੱਸਦੇ ਹਨ। ਇੱਕ ਵਿਹੰਗ ਇੱਕ ਕੀਟੀ ਰੀਤਾ, ਰਸਤੇ ਦੋ ਹਨ, ਇੱਕ ਪੰਛੀ ਦਾ ਔਰ ਦੂਸਰਾ ਰਸਤਾ ਹੈ ਕੀੜੀ ਦਾ। ਉਸ ਉੱਚੀ ਥਾਂ ਤੇ ਰੁੱਖ ਦੇ ਉੱਪਰ ਮੁਕਤੀ ਰੂਪੀ ਫਲ ਲੱਗਾ ਹੈ। ਰਸਤੇ ਦੋ ਹਨ ਜਾਣ ਦੇ ਉਸ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਨ ਦੇ। ਇੱਕ ਰਸਤਾ ਹੈ ਪੰਛੀ ਬਣ ਕੇ ਜਾਣ ਦਾ, ਦੂਸਰਾ ਰਸਤਾ ਹੈ ਕੀੜੀ ਬਣ ਕੇ ਜਾਣ ਦਾ। ਚਲ ਹੈ ਨਿਰੰਤਰ ਪਾਏ ਸਪ੍ਰੀਤਾ, ਜਿਹੜੇ ਭਾਈ
ਨਿਰੰਤਰ ਚੱਲਦੇ ਪ੍ਰੀਤ ਸਹਿਤ, ਜਿਨ ਕੋ ਸਤਿਗੁਰ ਮਿਲਹਿ ਕਿਰਪਾਲਾ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਮਿਲ ਪੈਣ। ਰੇਖਾਗ ਜਿਉ ਪਹੁੰਚੈ ਤਤਕਾਲਾ। ਜਿਵੇਂ ਹੁਣ ਪੰਛੀ ਉੱਡ ਕੇ ਸਿੱਧਾ ਉਸ ਥਾਂ ਤੇ ਆਪਣਾ ਰੁੱਖ ਦੇ ਉੱਪਰ ਜਿਵੇਂ ਥੋੜੇ ਸਮੇਂ ਖਿਣ ਸਮੇਂ ਵਿੱਚ ਪਹੁੰਚ ਜਾਂਦੇ ਹਨ। ਮਿਲਨ ਸਤਿਗੁਰ ਜਿਨ ਕੋ ਪੂਰੇ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨਹੀਂ ਮਿਲਦੇ, ਜਿਨ ਕੋ ਫਲ ਲੈਨੋ ਅਤ ਦੂਰੇ। ਹੁਣ ਉਹਨਾਂ ਦਾ ਰਸਤਾ ਹੈ ਕੀੜੀ ਦਾ। ਹੁਣ ਕੀੜੀ ਕਦੋਂ ਤੱਕ ਉਸ ਉੱਪਰ ਰੁੱਖ ਦੇ ਟੀਸੀ ਤੱਕ ਕਦੋਂ ਤੱਕ ਪਹੁੰਚੇਗੀ? ਕਦੋਂ ਤੱਕ ਉਹ ਉੱਥੇ ਜਾ ਕੇ ਮੁਕਤੀ ਰੂਪੀ ਫਲ ਕਦੋਂ ਤੱਕ ਉਹ ਪ੍ਰਾਪਤ ਕਰੇਗੀ? ਰਸਤੇ ਦੋ ਹਨ। ਇੱਕ ਰਸਤਾ ਹੈ ਪੰਛੀ ਬਣ ਕੇ, ਦੂਸਰਾ ਰਸਤਾ ਹੈ ਕੀਟੀ ਬਣ ਕੇ। ਰਾਜੇ ਨੇ ਕਿਹਾ ਨਾ, ਤੁਸੀਂ ਆ ਕਿਹੜੀ ਆਪਣਾ ਪੁੱਠੀ ਰੀਤ ਕੁਚਾਲੀ ਰੀਤ ਤੁਸਾਂ ਕੀਤੀ ਹੈ? ਹੁਣ ਭਾਈ ਮਨਸੁਖ ਜੀ ਉਦਾਹਰਨਾਂ ਸਹਿਤ ਦੱਸ ਰਹੇ ਹਨ। ਤਿਨ ਕੀ ਗਾਤਾ ਕੀਟੀ ਕੀ ਨਿਆਈ, ਉਹਨਾਂ ਦੀ ਹਾਲਤ ਕੀੜੀ ਵਰਗੀ ਹੈ। ਉਹਨਾਂ ਦੀ ਹਾਲਤ ਕੀੜੀ ਵਰਗੀ, ਪਹੁੰਚੇ ਨਾ ਪਹੁੰਚੇ, ਪਹੁੰਚੇ ਕਿੰਨੇ ਚਿਰ ਵਿੱਚ ਪਹੁੰਚੇ, ਇਹ ਕੋਈ ਪਤਾ ਨਹੀਂ। ਦੁਸਤਰ ਪਹੁੰਚਨ ਹੈ ਤਿਹ ਥਾਈ, ਉਹਦੇ ਵਾਸਤੇ ਪਹੁੰਚਣਾ ਹੀ ਬੜਾ ਮੁਸ਼ਕਲ ਹੈ। ਤੁਮ ਇਕਾਦਸੀ ਬ੍ਰਤ ਰਖੰਤੇ, ਤੁਸੀਂ ਇਕਾਦਸ਼ੀ ਦਾ ਜਿਹੜਾ ਤੁਸੀਂ ਵਰਤ ਰੱਖਦੇ ਹੋ, ਦਿਨ 15ਵੇਂ ਸਿਆਮ ਕਰੰਤੇ, ਔਰ 15ਵੇਂ ਦਿਨ ਤੁਸੀਂ ਘੱਟ ਭੋਜਨ ਪ੍ਰਸ਼ਾਦ ਛਕਦੇ ਹੋ। ਕਾਮ ਕ੍ਰੋਧ ਪੁਨ ਖਾਨ ਰੂਪਾਨਾ, ਕਾਮ ਕ੍ਰੋਧ ਤਥਾ ਖਾਣ ਪੀਣ। ਇੱਕ ਦਿਨ ਤੁਮ ਨਾ ਕਰਤ ਰਜਾਨਾ, ਹੇ ਰਾਜਨ, ਤੁਸੀਂ ਮਹੀਨੇ ਅੰਦਰ 2 ਵਾਰ, ਕਿਉਂਕਿ ਇਕਾਦਸ਼ੀ ਕਾ 11ਵੇਂ ਦਿਨ ਔਰ 15 ਦਿਨਾਂ ਬਾਅਦ ਤੁਸੀਂ ਵਰਤ ਰੱਖਦੇ ਹੋ। 15 ਦਿਨਾਂ ਬਾਅਦ ਰਾਜਨ, ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ। ਆਸ ਸੰਜਮ ਮਹਿ ਸੰਤ ਸਦੀਵਾ, ਕਹਿੰਦੇ ਜਿਹੜੇ ਸੰਤ ਲੋਕ ਹਨ ਅਜਿਹੇ ਸੰਜਮ ਵਿੱਚ ਰੋਜ਼ ਹੀ ਹਨ। ਤੁਹਾਡੀ ਇਕਾਦਸ਼ੀ ਤਾਂ 15 ਦਿਨਾਂ ਬਾਅਦ ਆਉਂਦੀ ਹੈ, ਸੰਤਾਂ ਦੀ ਇਕਾਦਸ਼ੀ ਰੋਜ਼ ਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਤੁਹਾਡੀ ਇਕਾਦਸ਼ੀ ਤਾਂ 15 ਦਿਨਾਂ ਬਾਅਦ ਆਉਂਦੀ ਹੈ, ਸੰਤਾਂ ਦੀ ਇਕਾਦਸ਼ੀ ਰੋਜ਼ ਹੀ ਬਣ ਜਾਂਦੀ ਹੈ। ਕਿਉਂ? ਕਿਉਂਕਿ ਉਹ ਸਦਾ ਸੰਜਮ ਵਿੱਚ ਚੱਲਦੇ ਹਨ। ਸਾਧ ਸੰਗਤ ਜੀਓ, ਖਾਸ ਤੌਰ ਤੇ ਵਰਤਾ ਉੱਪਰ, ਕਿਉਂਕਿ ਪਹਿਲਾਂ ਵੀ ਕਈ ਵਾਰ ਇਹ ਬੇਨਤੀ ਸੰਗਤੀ ਰੂਪ ਵਿੱਚ ਹੋਈ ਹੈ, ਤੇ ਅੱਜ ਜੋ ਆਇਆ ਹੈ, ਅਧਿਆਏ ਜੋ ਚੱਲ ਰਿਹਾ ਹੈ, ਵਿਸ਼ਾ ਜੋ ਚੱਲ ਰਿਹਾ ਹੈ, ਕਿਉਂਕਿ ਰਾਜੇ ਨੇ ਬੜੀ ਸਖਤੀ ਕੀਤੀ ਸੀ ਸਿੰਗਲਾਦੀਪ ਦੀ ਧਰਤੀ ਤੇ। ਇਕਾਦਸ਼ੀ ਦੇ ਦਿਨ ਕਿਸੇ ਦੇ ਗ੍ਰਹਿ ਤੋਂ ਮੈਨੂੰ ਧੂਆਂ ਉੱਠਣਾ ਨਹੀਂ ਚਾਹੀਦਾ, ਦਿਸਣਾ ਨਹੀਂ ਚਾਹੀਦਾ। ਭਾਈ ਮਨਸੁਖ ਜੀ ਨੇ ਲੰਗਰ ਪ੍ਰਸ਼ਾਦ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ, ਸ਼ਿਕਾਇਤ ਹੋ ਗਈ। ਹੁਣ ਦੱਸ ਰਹੇ ਹਨ, ਰਾਜਨ ਤੁਸੀਂ ਤਾਂ ਇਕਾਦਸ਼ੀ ਦਾ ਦੱਸ ਰਹੇ ਹੋ ਵੱਡਾ ਮਹਾਤਮ ਹੈ, ਅਜਿਹੀ ਇਕਾਦਸ਼ੀ ਸੰਤਾਂ ਦੇ ਵਿਹੜੇ ਵਿੱਚ ਰੋਜ਼ ਬਣਦੀ ਹੈ। ਹੁਣ ਜਦੋਂ ਕਈ ਵਾਰ ਕਰੂਏ ਦਾ ਵਰਤ ਦੀ ਗੱਲ ਚੱਲਦੀ ਹੈ, ਵਰਤ ਰੱਖੇ ਜਾਂਦੇ ਹਨ, ਕਿਸੇ ਮਤ ਦੇ ਅੰਦਰ ਲੋਕ ਰੱਖਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਸੀ ਬਹਾਦਰ ਸ਼ਾਹ ਬਾਦਸ਼ਾਹ ਨੇ, ਪਾਤਸ਼ਾਹ ਸਤਿਗੁਰੂ ਜੀ, पंथ तुम्हारा खूब के हमारा खूब, पंथ तुम्हारा खूब के हमारा खूब। महाराज कहते तुमको तुम्हारा खूब, हमको हमारा खूब। भाई तेनू तेरा मुबारक, सानू साडा मुबारक। ਹੁਣ ਸਨਾਤਨ ਮਤ ਵਾਲੇ ਭੈਣਾਂ ਜਦੋਂ ਕੋਈ ਸਮਾਂ ਆਉਂਦਾ ਹੈ, ਉਸ ਦਿਨ ਉਹ ਵਰਤ ਰੱਖਦੀਆਂ ਹਨ ਪਤੀ ਦੀ ਲੰਮੀ ਉਮਰ ਦੇ ਵਾਸਤੇ। ਉਹ ਟੀਵੀ ਅੰਦਰ ਇੰਨਾ ਕੁ ਪ੍ਰਚਾਰ ਹੋਇਆ, ਇੰਨਾ ਕੁ ਪ੍ਰਚਾਰ ਹੋਇਆ, ਵੇਖ ਕਰਕੇ ਸਿੱਖ ਘਰਾਣੇ ਦੀਆਂ ਬਹੁ ਬੇਟੀਆਂ ਉਹਨਾਂ ਨੇ ਵੀ ਰੱਖਣੇ ਸ਼ੁਰੂ ਕਰ ਦਿੱਤੇ ਵੀ ਇਹਦੇ ਨਾਲ ਪਤੀ ਦੀ ਲੰਮੀ ਉਮਰ ਹੁੰਦੀ ਹੈ। ਪੜੋ ਗੁਰੂ ਕੀ ਬਾਣੀ ਅੰਦਰ ਕੀ ਉਪਦੇਸ਼ ਮੇਰੇ ਪਾਤਸ਼ਾਹ ਜੀ ਨੇ ਵਾਰ-ਵਾਰ ਦਿੱਤੇ ਹੋਏ ਹਨ। ਸੰਜਮ ਹੈ, ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਭਾਈ ਸਾਹਿਬ, ਇੱਕ ਦਿਨ ਮੰਨ ਲਓ ਕਿਸੇ ਨੇ ਕੋਈ ਮੰਗਲਵਾਰ ਦਾ ਵਰਤੀ ਹੈ, ਕੋਈ ਇਕਾਦਸ਼ੀ ਦਾ ਵਰਤੀ ਹੈ, ਚਲੋ ਇਹਦੇ ਨਾਲ ਉਹਦੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ, ਰੱਖਣਾ ਚਾਹੀਦਾ ਹੈ। ਹਾਂ, ਸਤਿਗੁਰੂ ਮਹਾਰਾਜ ਜੀ ਨੇ ਜੇ ਸਿੱਖ ਨੇ ਜੋ ਉਪਦੇਸ਼ ਦਿੱਤਾ ਅੱਜ ਦੇ ਅਧਿਆਏ ਵਿੱਚ, ਸਮਾਂ ਇਤਨਾ ਨਹੀਂ ਵੀ ਆਪਾਂ ਹੋਰ ਉਹ ਬਚਨ ਕਹਿ ਸਕੀਏ। ਕੱਲ੍ਹ ਦਿਆਂ ਦੀਵਾਨਾਂ ਵਿੱਚ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਆਪਣੇ ਨਾਲ ਇਹ ਬਚਨ ਸਾਂਝੇ ਪਾਉਣਗੇ
ਭਾਈ ਮਨਸੁਖ ਜੀ ਕਹਿ ਰਹੇ ਨੇ ਰਾਜਾ ਸ਼ਿਵਨਾਭ ਨੂੰ, ਕਹਿਣ ਲੱਗੇ ਤੁਹਾਡੇ ਇਹ 15 ਦਿਨਾਂ ਬਾਅਦ ਆਉਂਦੀ ਹੈ, ਸੰਤਾਂ ਦੇ ਵਿਹੜੇ ਰੋਜ਼ ਹੀ ਇਦਾਂ ਦੀ ਇਕਾਦਸ਼ੀ ਹੈ, ਸੰਜਮ ਨਾਲ ਭੋਜਨ ਪ੍ਰਸ਼ਾਦ ਛਕਣ ਨਾਲ। ਸੰਜਮ ਦੇ ਵਿੱਚ ਜੋ ਹੈ, ਜੋ ਸੰਜਮ ਦੇ ਨਾਲ ਇਸ ਪ੍ਰਕਾਰ ਉਹ ਜੀਵਨ ਵਿੱਚ ਚੱਲਦੇ ਹਨ। ਵਰਤਤ ਹੈ ਨਿਜ ਕਰ ਮਨ ਨੀਵਾ, ਉਹ ਨਿਜ ਮਨ ਨੀਵਾ ਕਰਕੇ ਇਸ ਪ੍ਰਕਾਰ ਵਰਤਦੇ ਹਨ। ਥੋਰੋ ਖਾਨ ਸੈਨ ਪੁਨ ਥੋਰਾ, ਥੋੜਾ ਖਾਂਦੇ ਹਨ, ਥੋੜਾ ਉਹ ਸੌਂਦੇ ਹਨ। ਤਿਨ ਪਰ ਕਾਮ ਨ ਕ੍ਰੋਧ ਨ ਜੋਰਾ, ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਕਹੇ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਉਹਨਾਂ ਉੱਪਰ ਨਾ ਕਾਮ ਦਾ ਨਾ ਕ੍ਰੋਧ ਦਾ ਕੋਈ ਜ਼ੋਰ ਨਹੀਂ ਪਾਉਂਦਾ। ਦਿਵਸ 15ਵੇਂ ਜਗ ਮੈਂ ਆਵੈ, ਜਗਤ ਵਿੱਚ ਇਕਾਦਸ਼ੀ 15 ਦਿਨਾਂ ਬਾਅਦ ਆਉਂਦੀ ਹੈ। ਬ੍ਰਹਤ ਇਕਾਦਸੀ ਜੋ ਕਹਿਲਾਵੈ, ਔਰ ਜੋ ਇਕਾਦਸ਼ੀ ਦਾ ਵਰਤ ਕਹਾਉਂਦਾ ਹੈ। ਦੋਹਰਾ ਸੋ ਇਕਾਦਸੀ ਸਦਾ ਹੀ ਸੰਤਨ ਕੀ ਮਨ ਮਾਹੀ, ਕਹਿੰਦੇ ਉਹ ਇਕਾਦਸ਼ੀ ਸੰਤਾਂ ਦੇ ਮਨ ਵਿੱਚ ਰੋਜ਼ ਹੈ, ਸੰਤਾਂ ਦੇ ਵਿਹੜੇ ਵਿੱਚ, ਸੰਤਾਂ ਦੇ ਹਿਰਦੇ ਵਿੱਚ। ਜੋ ਤੂੰ ਭਾਖਤ ਬ੍ਰਤ ਕੋ ਗਤ ਐਸੀ ਲਖਤਾਹੀ, ਜੋ ਤੂੰ ਮੈਨੂੰ ਇਹ ਬਚਨ ਕਹਿੰਦਾ ਹੈ, ਜੋ ਤੂੰ ਮੈਨੂੰ ਇਹ ਬਚਨ ਕਹੇ ਹਨ ਹੇ ਰਾਜਾ, ਉਹ ਅਜਿਹੀ ਹਾਲਤ ਹੈ। ਚੌਪਾਈ ਪੁਨ ਮੱਜਨ ਕੀ ਗਾਥਾ ਸੁਣੀਏ, ਹੁਣ ਇਥੋਂ ਤੱਕ ਭਾਈ ਮਨਸੁਖ ਜੀਆਂ ਨੇ ਰਾਜੇ ਨੂੰ ਪਹਿਲਾਂ ਵਰਤਾਂ ਦੇ ਬਾਬਤ ਸਾਂਝ ਪਾਈ ਵੀ ਵਰਤ ਰੱਖਣੇ ਕਿਉਂ ਨਹੀਂ, ਕਿ ਕਿਸ ਪ੍ਰਕਾਰ ਦੇ ਨਾਲ ਗੁਰੂ ਕਾ ਸਿੱਖ ਕਾਹਦਾ ਵਰਤੀ ਹੈ, ਕਿਸ ਪ੍ਰਕਾਰ ਦਾ ਉਹ ਵਰਤੀ ਹੈ। ਬਾਣੀ ਅੰਦਰ ਬਚਨ ਹਨ, ਵਰਤ ਨਾ ਰਹੋ ਨਾ ਮਹਿ ਰਮਦਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ। ਮਹਾਰਾਜ ਜੀਆਂ ਦੀ ਬਾਣੀ ਦੇ ਬੋਲ ਹਨ, ਛੋੜੈ ਅੰਨ ਕਰੈ ਪਾਖੰਡ। ਕਿੰਨੇ ਸਪਸ਼ਟ ਸ਼ਬਦਾਂ ਵਿੱਚ ਬਾਬਾ ਕਬੀਰ ਸਾਹਿਬ ਜੀਆਂ ਨੇ, ਭਗਤ ਸਾਹਿਬ ਜੀਆਂ ਨੇ ਇਹ ਪਾਵਨ ਪਵਿੱਤਰ ਜਿਹੜੇ ਬੋਲ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰੂ ਕੀ ਬਾਣੀ ਵਿੱਚ ਸਤਿਗੁਰੂ ਮਹਾਰਾਜ ਜੀਆਂ ਨੇ ਭਾਈ ਦੱਸੇ ਹੋਏ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਬਚਨ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿ ਬੋ ਹਵੈ, ਬੋ ਤ੍ਰਿਗੁਣ ਅਤੀਤ। ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਵਿੱਚ ਗੁਰੂ ਕੇ ਸਿੱਖ ਨੂੰ ਇਹਨਾਂ ਬਾਬਤ ਸਾਧ ਸੰਗਤ ਜੀਓ ਸੋਝੀ ਦੱਸੀ ਹੋਈ ਹੈ। ਔਰ ਜੋ ਰਾਜਨ ਨੇ, ਰਾਜਾ ਸ਼ਿਵਨਾਭ ਨੇ ਦੂਸਰਾ ਬਚਨ ਕੀਤਾ ਨਾ ਵੀ ਨਹਾਉਣਾ ਦਿਨ ਚੜੇ ਹੈ, ਭਾਈ ਮਨਸੁਖ ਜੀ ਫਿਰ ਉਹਦੇ ਉੱਤਰ ਜੋ ਸਤਿਗੁਰੂ ਮਹਾਰਾਜ ਜੀਆਂ ਦਾ ਉਪਦੇਸ਼ ਹੈ ਗੁਰੂ ਕੀ ਬਾਣੀ ਅੰਦਰ, ਪਹਿਲੇ ਪੈਰੈ ਫੁੱਲੜਾ ਫਲ ਭੇ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈ ਕੰਨੋਂ ਦਾਤ। 8 ਪੈਰੀ 8 ਖੰਡ 9ਵਾਂ ਖੰਡ ਸਰੀਰ, ਤਿਸ ਵਿੱਚ 9 ਨਿਦ ਨਾਮ ਏਕ ਭਾਲੈ ਗੁਣੀ ਗਹੀਰ, ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ। ਚੌਥਾ ਪਹਿਰ ਸਬਾਹ ਕੇ ਸੁਰਤਿਆਂ ਉਪਜਿਆ ਚਾਓ, ਤਿਨਾ ਦਰਿਆਵਾਂ ਸਿਓ ਦੋਸਤੀ ਮਾਣ, ਮੁਖ ਸੱਚਾ ਨਾਉ। ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਅੰਮ੍ਰਿਤ ਵੇਲੇ ਦਾ ਜਿਹੜਾ ਮਹਾਤਮ ਔਰ ਸਾਧ ਸੰਗਤ ਜੀਓ, ਭਾਈ ਮਨਸੁਖ ਜੀਆਂ ਨੇ ਜੋ ਰਾਜਾ ਸ਼ਿਵਨਾਭ ਨੇ ਪ੍ਰਸ਼ਨ ਕੀਤੇ, ਭਾਈ ਮਨਸੁਖ ਜੀ ਕਿਵੇਂ ਉਹਨਾਂ ਦਾ ਨਿਬੇੜਾ ਕਰਦੇ ਹਨ। ਅੰਮ੍ਰਿਤ ਵੇਲੇ ਦਾ ਮਹਾਤਮ ਕਿਸ ਪ੍ਰਕਾਰ ਭਾਈ ਮਨਸੁਖ ਜੀਆਂ ਨੇ ਦੱਸਿਆ, ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਮਹਾਤਮ ਜਿਸ ਪ੍ਰਕਾਰ ਦੱਸਿਆ ਹੈ, ਕੱਲ ਦਿਆਂ ਦੀਵਾਨਾਂ ਅੰਦਰ ਸਤਿਗੁਰੂ ਦੀ ਕਿਰਪਾ ਰਹਿਮਤ ਸਹਿਤ ਆਪਾਂ ਸਰਵਣ ਕਰਾਂਗੇ। ਸਮਾਂ ਸਮਾਪਤ ਹੈ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸੰਗਤ ਨੇ ਸਾਧ ਸੰਗਤ ਜੀਓ ਬਖਸ਼ ਦੇਣੀ। ਵਾਹਿਗੁਰੂ 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 ਵਾਹਿਗੁਰੂ।